नमस्कार सत श्री अकाल जी। तुसीं देख रहे हो देश तो विदेश। मैं रिकी डोगरा इस शो ਦੇ ਵਿੱਚ ਫਿਰ ਹਾਜ਼ਰ ਹਾਂ ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਇਸ ਸ਼ੋ ਦੇ ਰਾਹੀਂ ਅਵੇਅਰ ਕੀਤਾ ਜਾਵੇ। ਤੁਹਾਡੇ ਬੱਚੇ ਜਾਂ ਤੁਸੀਂ ਕਿਹੜੀ ਕੰਟਰੀ ਜਾ ਸਕਦੇ ਹੋ ਤਾਂ ਕਿ ਉੱਥੇ ਜਾ ਕੇ ਤੁਹਾਡਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੋ ਸਕੇ। ਇੱਕ ਵਾਰ ਇਸ ਸ਼ੋ ਦੇ ਵਿੱਚ ਅਸੀਂ ਸੱਦਾ ਦਿੱਤਾ ਜੀ ਮਾਈ ਵੀਜ਼ਾ ਪੁਆਇੰਟ ਤੋਂ ਸਾਡੇ ਨਾਲ ਜੁੜਨਗੇ ਮੈਡਮ ਰਸ਼ਿਕਾ ਜੀ ਔਰ ਮੈਡਮ ਪਰਮਿੰਦਰ ਕੌਰ। ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਇਹਨਾਂ ਤੋਂ ਪੁੱਛਾਂਗੇ ਕਿ ਅੱਜ ਉਹ ਕਿਹੜੀ ਕੰਟਰੀ ਜਿਹੜੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੈਡਮ। ਸਵਾਗਤ ਹੈ ਜੀ ਬਹੁਤ ਬਹੁਤ ਦੋਨਾਂ ਦਾ। ਸਤਿ ਸ਼੍ਰੀ ਅਕਾਲ ਸਰ। अच्छा मैम, वैसे तो देखो माई वीज़ा पॉइंट किसी भी मैं कहना इंट्रोडक्शन की जरूरत नहीं है क्योंकि लोगों को नाम ही पता है कि माई वीज़ा पॉइंट। बेसिकली अगर किसी ने जाना भी होंगे बाहर तो वो इसी नाम तो सर्च भी इसी नाम तो करते हैं कि माई वीज़ा पॉइंट जो है उन्होंने किसी भी तरीके की मतलब इंट्रोडक्शन की लोड़ तो है नहीं। लेकिन फिर भी मैं चाहांगा एक बार तुम बोल के दस दो परविंदर मैम कि तुहाडा ऑफिस जो है वो कित्थे हैगा। मैं भी लिख के तो आ ही रहा है क्योंकि सैक्टर 22 ਦੇ ਵਿੱਚ ਇਹਨਾਂ ਦਾ ਆਫਿਸ ਹੈ ਚੰਡੀਗੜ੍ਹ ਦੇ ਵਿੱਚ। ਇੱਕ ਵਾਰ ਤੁਸੀਂ ਬੋਲ ਕੇ ਦੱਸ ਦਿਓ ਕਿ ਕਿੱਥੇ ਜਿਹੜਾ ਹੈ ਮੇਨ ਲੋਕੇਸ਼ਨ ਕੀ ਹੈ। शो देख रहे सारे दर्शकों ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮਾਈ ਵੀਜ਼ਾ ਪੁਆਇੰਟ ਸੈਕਟਰ 22C ਚੰਡੀਗੜ੍ਹ ਵਿੱਚ ਹੈ। ਤੁਸੀਂ ਆਪਣੇ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲਈ ਸਾਨੂੰ ਕਾਲ ਵੀ ਕਰ ਸਕਦੇ ਹੋ ਜੀ। ਨਾਲੇ ਜਿਹੜਾ ਟੌਪਿਕ ਆ ਅੱਜ ਦਾ ਉਹ ਵੀ ਦੱਸਦਾ ਸਾਰੇ ਦਰਸ਼ਕਾਂ ਨੂੰ ਕਿ ਅੱਜ ਅਸੀਂ ਗੱਲਬਾਤ ਕਰਨੀ ਹੈ ਯੂਕੇ ਵਰਕ ਪਰਮਿਟ ਦੇ ਰਿਗਾਰਡਿੰਗ। मतलब वैसे तो आज तक तुसीं सुनिया होना कि यूके स्पाउस वीज़ा या स्टडी वीज़ा के उपर जाते लोग वर्क परमिट से भी जाते हैं। लेकिन बहुत सारे जोड़े लोग जोड़े एक्सपर्ट होंगे ने बेसिकली या कोई भी कंसलटेंट होएगा वो ईजिली चीज़ को हथ पाएगा। ईजिली क्या होता है ਜਿਹੜਾ ਸਟੱਡੀ ਵੀਜ਼ਾ ਹੁੰਦਾ ਉਹ ਥੋੜਾ ਜਿਹਾ ਈਜ਼ੀ ਹੁੰਦਾ ਹੈ, ਉਹਦੇ ਪ੍ਰੋਸੈਸਿੰਗ ਵੀ ਜਿਹੜੀ ਈਜ਼ੀ ਹੁੰਦੀ ਹੈ। ਲੇਕਿਨ ਵਰਕ ਪਰਮਿਟ ਇਜ਼ ਅ ਡਿਫਿਕਲਟ ਟਾਸਕ। ਅਗਰ ਤੁਸੀਂ ਜਿਹੜਾ ਜਿਹਾ ਕਿਸੇ ਦਾ ਵਰਕ ਪਰਮਿਟ ਅਲਾਉਡ ਪਰਮਿਟ ਕਰਵਾਉਂਦੇ ਹੋ ਜਾਂ ਗ੍ਰਾਂਟ ਕਰਵਾਉਂਦੇ ਹੋ ਤਾਂ ਮੰਨ ਲਓ ਕਿ ਤੁਸੀਂ ਐਕਸਪਰਟ ਹੋ ਔਰ ਤੁਹਾਡੇ ਕੋਲ ਇੰਨੇ ਸਾਲ ਦਾ ਤਜਰਬਾ ਹੈ ਤਾਂ ਹੀ ਤੁਸੀਂ ਕਿਸੇ ਦਾ ਵਰਕ ਪਰਮਿਟ ਲੈ ਕੇ ਦਿੱਤਾ ਹੈ। ਪਰਵਿੰਦਰ ਮੈਡਮ ਬੇਸਿਕਲੀ ਵਰਕ ਪਰਮਿਟ ਹੈ ਕੀ ਚੀਜ਼? ਯੂਕੇ ਜਿਹੜਾ ਵਰਕ ਪਰਮਿਟ ਤੁਸੀਂ ਅੱਜ ਡਿਸਕਸ ਕਰਨਾ ਹੈ ਇੱਕ ਥੋੜਾ ਜਿਹਾ ਸਿੰਪਲ ਜੀ ਲਾਈਨਾਂ 'ਚ ਦੱਸ ਦਿਓ ਕਿ ਇਹ ਹੈ ਕੀ। ਸਭ ਤੋਂ ਪਹਿਲੇ ਮੈਂ ਤੁਹਾਡੀ ਗੱਲ ਨੂੰ ਕੰਪਲੀਟ ਕਰਾਂਗੀ। ਤੁਸੀਂ ਬਿਲਕੁਲ ਠੀਕ ਕਿਹਾ। ਅਗਰ ਆਪਾਂ ਕਿਸੇ ਕੰਟਰੀ ਬਾਰੇ ਜਾਣਕਾਰੀ ਲੈਣੀ ਹੈ ਤਾਂ ਉਹਦੇ ਆਪਾਂ ਨੂੰ ਐਕਸਪਰਟ ਨਾਲ ਸਲਾਹ ਕਰਨੀ ਚਾਹੀਦੀ ਹੈ, ਰਾਈਟ। ਤਾਂ ਤੁਸੀਂ ਮਾਈ ਵੀਜ਼ਾ ਪੁਆਇੰਟ ਦੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਮਾਈ ਵੀਜ਼ਾ ਪੁਆਇੰਟ ਸਪੈਸ਼ਲੀ ਯੂਕੇ ਦੇ ਐਜ਼ ਅ ਸਪੈਸ਼ਲਿਟੀ ਜਾਣਿਆ ਜਾਂਦਾ ਹੈ, ਰਾਈਟ। ਤੇ ਜਿਵੇਂ ਤੁਸੀਂ ਵਰਕ ਪਰਮਿਟ ਬਾਰੇ ਪੁੱਛਿਆ, ਬਿਲਕੁਲ ਜੀ ਵਰਕ ਪਰਮਿਟ ਦਾ ਨਾਮ ਆਉਂਦੇ ਸਭ ਤੋਂ ਪਹਿਲਾਂ ਧਿਆਨ ਇਹੀ ਆਉਂਦਾ ਦਿਮਾਗ 'ਚ ਇਹੀ ਗੱਲ ਆਉਂਦੀ ਕਿ ਹਾਂ ਐਜ਼ ਅ ਵਰਕ ਪਰਮਿਟ ਅਗਰ ਆਪਾਂ ਕਿਸੇ ਕੰਟਰੀ ਜਾ ਰਹੇ ਤਾਂ ਆਪਾਂ ਕੰਮ ਵਜੋਂ ਜਾ ਰਹੇ ਹਾਂ। ਬਿਲਕੁਲ ਸਹੀ। ਤੇ ਯੂਕੇ ਅਸੀਂ ਵਰਕ ਪਰਮਿਟ ਦਾ ਵੀਜ਼ਾ ਕਰਵਾ ਕੇ ਦੇ ਰਹੇ ਹਾਂ ਕਿ ਤੁਹਾਡਾ ਬੱਚਾ ਜਿਹੜਾ ਹੈ ਜਾਂ ਤਾਂ ਸਿੰਗਲ ਹੈ ਚਾਹੇ ਮੈਰਿਡ ਹੈ ਵਿਦ ਸਪਾਊਸ ਹੈ ਵਿਦ ਚਾਈਲਡ ਹੈ ਉਹ ਆਪਣਾ ਯੂਕੇ ਡਾਇਰੈਕਟਲੀ ਵਰਕ ਪਰਮਿਟ ਲਈ ਕੰਮ ਦੇ ਤੌਰ ਤੇ ਜਾ ਸਕਦੇ ਨੇ। ਬਿਲਕੁਲ। ਔਰ ਜਿਹੜੀ ਫੋਨ ਦੀਆਂ ਲਾਈਨਸ ਨੇ ਉਹ ਓਪਨ ਹੋ ਚੁੱਕੀਆਂ ਨੇ। ਜਿਹੜੇ ਆਪਣੇ ਕੁਐਸਚਨ ਪੁੱਛਣਾ ਚਾਹੁੰਦੇ ਨੇ ਔਰ ਕਾਲ ਕਰਨਾ ਚਾਹੁੰਦੇ ਨੇ ਸਾਡੇ ਨੰਬਰ ਤੇ ਜਿਹੜਾ ਡਿਸਪਲੇ ਹੋ ਰਿਹਾ ਇਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਰਹੇਗੀ, ਵੈਸੇ ਤਾਂ ਸਾਰੀ ਕਾਲਸ ਨਹੀਂ ਅਟੈਂਡ ਹੋ ਪਾਉਂਦੀਆਂ ਕਿਉਂਕਿ ਕਾਲਸ ਹੀ ਬਹੁਤ ਸਾਰੀਆਂ ਆਉਂਦੀਆਂ ਨੇ ਔਰ ਅਸੀਂ ਜਿਹੜਾ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਕਲਾਇੰਟ ਜਿਹੜੇ ਕਾਲ ਕਰ ਰਹੇ ਨੇ ਉਹ ਮਤਲਬ ਪਿਕ ਕਰਨ ਦੀ ਕੋਸ਼ਿਸ਼ ਸਾਰਿਆਂ ਦੀ ਹੁੰਦੀ ਹੈ। ਲੇਕਿਨ ਅਗਰ ਨਹੀਂ ਪਿਕ ਹੋਈ ਤਾਂ ਤੁਸੀਂ ਇਹਦੇ 'ਚ ਨਾਰਾਜ਼ ਨਹੀਂ ਹੋਣਾ। ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਹੈ ਮਾਈ ਵੀਜ਼ਾ ਪੁਆਇੰਟ ਦੇ ਆਫਿਸ ਤੋਂ ਕਾਲ ਆ ਜਾਏਗੀ ਕਿਉਂਕਿ ਕਾਲਸ ਹੀ ਨਹੀਂ ਸਾਰੀਆਂ ਹੁੰਦੀਆਂ, ਸਾਰੀ ਅਟੈਂਡ ਕਰਨਾ ਜਿਹੜੀਆਂ ਉਹ ਪੋਸੀਬਲ ਨਹੀਂ ਹੁੰਦਾ। ਅਗਲਾ ਸਵਾਲ ਮੇਰਾ ਮੈਡਮ ਰਸ਼ਿਕਾ ਤੋਂ ਰਹੇਗਾ। ਮੈਡਮ ਜਿਵੇਂ ਯੂਕੇ ਵਰਕ ਪਰਮਿਟ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਜੇ ਹੁਣ ਇਹਦੀ ਯੂਕੇ ਦੀ ਵਾਰੀ ਗੱਲ ਆਉਂਦੀ ਹੈ ਤਾਂ ਲੋਕ ਇਹ ਸੋਚਦੇ ਨੇ ਕਿ ਟਾਈਮ ਕਿੰਨਾ ਕੁ ਲੱਗੇਗਾ ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਦੇ ਜਾਂਦਾ ਹੈ, ਕੋਈ ਪਾਸਪੋਰਟ ਆਪਣਾ ਦੇ ਗਿਆ ਜਾਂ ਡਾਕੂਮੈਂਟ ਕੰਪਲੀਟ ਕਰਵਾ ਗਿਆ, ਉਸ ਤੋਂ ਬਾਅਦ ਅਗਲੇ ਦੀ ਇਹੀ ਬਾਰ-ਬਾਰ ਤੁਹਾਨੂੰ ਕਾਲ ਕਰਕੇ ਇਹੀ ਪੁੱਛਦਾ ਹੋਏਗਾ ਟਾਈਮ ਕਿੰਨਾ ਕੁ ਲੱਗੇਗਾ ਕਿਉਂਕਿ ਟਾਈਮ ਦੀ ਜਦੋਂ ਗੱਲ ਆਉਂਦੀ ਹੈ ਲੋਕਾਂ ਦਾ ਪੇਸ਼ੈਂਸ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਘਟ ਜਾਂਦਾ ਹੈ। ਤੁਸੀਂ ਦੱਸੋ ਕਿ ਪ੍ਰੋਸੈਸਿंग टाइम ਇਹਦਾ कितना रहता है? जस्ट 10 डेज इसका प्रोसेसिंग टाइम है। ओनली 10 डेज लगेंगे, इसमें कोई ज्यादा लंबा प्रोसीजर नहीं है। या तो प्लीज जस्ट 10 डेज में ही इसका प्रोसेसिंग मतलब कि 10 ਦਿਨਾਂ ਦੇ ਅੰਦਰ ਤੁਹਾਡਾ ਜਿਹੜਾ ਹੈ ਵੀਜ਼ਾ ਯੂਕੇ ਦਾ ਵਰਕ ਪਰਮਿਟ ਜਿਹੜਾ ਹੈ ਉਹ ਤੁਹਾਨੂੰ ਲਵਾ ਕੇ ਦੇ ਦਿੱਤਾ ਜਾਏਗਾ। ਤੇ ਹੁਣ ਇਹਦੀ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਐਲੀਜੀਬਿਲਟੀ ਕੀ ਰਹੇਗੀ? ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਆ, ਮੈਂ ਇੱਕ ਵਾਰੀ ਕਾਲ ਵੀ ਅਟੈਂਡ ਕਰ ਲਾਂ ਕਿਉਂਕਿ ਬਹੁਤ ਸਾਰੀ ਕਾਲ ਜਿਹੜੀਆਂ ਆਣੀਆਂ ਸਟਾਰਟ ਹੋ ਜਾਣੀਆਂ ਨੇ ਹੁਣ। ਹੈਲੋ 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 ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਸਰ, ਜਸਪ੍ਰੀਤ ਗੱਲ ਕਰ ਰਹੀ ਹਾਂ ਮੈਂ ਬਠਿੰਡੇ ਤੋਂ। ਜੀ ਜਸਪ੍ਰੀਤ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਆਪਣੀ +2 ਕੀਤੀ ਹੈ 2018 ਚ ਜੀ। ਤੇ ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਕੀਤਾ ਤੇ ਮੈਂ ਵਰਕ ਪਰਮਿਟ ਅਪਲਾਈ ਕਰ ਸਕਦੀ ਹਾਂ ਯੂਕੇ ਦਾ? 2018 ਚ ਤੁਸੀਂ +2 ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕੀਤਾ, ਯਾਨੀ 5 ਸਾਲ ਦਾ ਸਿੱਧਾ ਗੈਪ ਹੋ ਗਿਆ। ਹਾਂਜੀ। ਤੇ ਇੱਥੇ ਤੁਸੀਂ ਹੁਣ +2 ਦੇ ਵਿੱਚ ਮਾਰਕਸ ਕਿੰਨੇ ਸੀਗੇ? 72% ਸੀਗੇ। 72% ਸੀਗੇ। ਤੇ ਇੱਥੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਬਠਿੰਡੇ ਤੋਂ? ਬਠਿੰਡੇ ਤੋਂ ਸਰ। ਜੀ ਮੈਡਮ ਜਿਹੜਾ ਜੇ ਪ੍ਰਵਿੰਦਰ ਮੈਡਮ ਤੁਸੀਂ ਇਹਨਾਂ ਦਾ ਆਨਸਰ ਦਿਓ ਇਹਨਾਂ ਦੇ ਕੁਐਸਚਨ ਦਾ ਕਿ 2018 ਦੇ ਵਿੱਚ ਇਹਨਾਂ ਨੇ +2 ਕੀਤੀ ਹੋਈ ਹੈ, 72% ਇਹਨਾਂ ਦੇ ਨੰਬਰ ਹੈਗੇ ਨੇ, ਪਰ 18 ਤੋਂ ਲੈ ਕੇ ਹੁਣ ਆਪਾਂ 23 ਚ ਬੈਠੇ ਆ, ਕੱਤਾ ਕੁਝ ਨਹੀਂ ਹੈ। ਇਹਨਾਂ ਦੀ ਪੋਸੀਬਿਲਿਟੀ ਹੈ?
ਬਿਲਕੁਲ ਸਰ, ਦੇਖੋ ਜੀ ਇਸ ਸ਼ੋਅ ਦੇ ਦੌਰਾਨ ਸਾਨੂੰ ਕਾਫੀ ਤਰ੍ਹਾਂ ਦੇ ਦਰਸ਼ਕਾਂ ਦੇ ਕਾਲਸ ਆਉਂਦੇ ਨੇ। +2 ਪਾਸ ਕੈਂਡੀਡੇਟਸ ਵੀ ਹੁੰਦੇ ਨੇ, ਗ੍ਰੈਜੂਏਟ ਕੈਂਡੀਡੇਟਸ ਵੀ ਹੁੰਦੇ ਨੇ, ਬਹੁਤ ਗੈਪ ਵਾਲੇ ਕੈਂਡੀਡੇਟਸ ਵੀ ਹੁੰਦੇ ਨੇ, ਔਰ ਕਈਆਂ ਦਾ ਇਹ ਹੁੰਦਾ ਹੈ ਕਿ ਪੜ੍ਹਾਈ 'ਚ ਇੰਨਾ ਲੰਬਾ ਗੈਪ ਹੋ ਜਾਂਦਾ ਹੈ ਫਿਰ ਵੀ ਉਹ ਕਿੱਥੇ ਵੀ ਕੁਆਲੀਫਾਈ ਨਹੀਂ ਕਰ ਪਾਉਂਦੇ। ਤਾਂ ਮੈਂ ਦੱਸਣਾ ਚਾਹਾਂਗੀ ਤੁਹਾਨੂੰ ਬਿਲਕੁਲ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਚਾਹੇ +2 ਪਾਸ ਹੋ, ਚਾਹੇ ਤੁਸੀਂ ਗ੍ਰੈਜੂਏਟ ਹੋ, ਅਗਰ ਤੁਹਾਡਾ ਪੜ੍ਹਾਈ ਤੋਂ ਬਾਅਦ ਘੱਟ ਤੋਂ ਘੱਟ 10-15 ਸਾਲ ਦਾ ਵੀ ਗੈਪ ਹੋ ਚੁੱਕਾ ਹੈ ਫਿਰ ਵੀ ਤੁਸੀਂ ਆਪਣਾ UK ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਬਿਲਕੁਲ ਤੁਸੀਂ ਆਪਣਾ +2 ਦੇ ਬੇਸ ਤੇ ਵੀ UK ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਹੋ। ਬਿਲਕੁਲ, ਦੇਖੋ ਜਿੱਦਾਂ ਕਿ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਇਹ UK ਵਰਕ ਪਰਮਿਟ ਹੈਗਾ, ਤਾਂ ਤੁਸੀਂ ਜਿਹੜੀ ਹੈ ਉਹ ਗੱਲ ਸਮਝ ਹੀ ਗਏ ਹੋਣੇ ਆ ਕਿ ਇਹ ਜੇ ਵਰਕ ਪਰਮਿਟ ਦੀ ਗੱਲ ਆਉਂਦੀ ਹੈ ਤਾਂ ਐਜੂਕੇਸ਼ਨ ਜਿਹੜੀ ਜੇ ਉਹ ਪਿੱਛੇ ਰਹਿ ਜਾਂਦੀ ਹੈ। ਮਤਲਬ ਉਹ ਲਾਈਨ ਜਿਹੜੀ ਜੇ ਤੁਸੀਂ ਛੱਡ ਦਿਓ ਕਿ ਐਜੂਕੇਸ਼ਨ ਕਿੰਨੀ ਹੈ ਕਿੰਨੀ ਨਹੀਂ ਹੈ, ਉਹ ਮਾਇਨੇ ਨਹੀਂ ਰੱਖਦੀ। ਅਗਰ ਤੁਸੀਂ ਇਸ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਹੋਗੇ ਤਾਂ ਤੁਹਾਡਾ ਜਿਹੜਾ ਜਿਹਾ ਉਹ ਵਰਕ ਪਰਮਿਟ ਜਿਹੜਾ ਹੈ ਮਾਈ ਵੀਜ਼ਾ ਪੁਆਇੰਟ ਵੱਲੋਂ ਗ੍ਰਾਂਟ ਕਰਵਾ ਦਿੱਤਾ ਜਾਏਗਾ। ਮੈਂ ਪੁੱਛ ਰਿਹਾ ਸੀਗਾ ਰਸ਼ਿਕਾ ਮੈਡਮ ਤੋਂ, ਕਿਉਂਕਿ ਲਾਸਟ ਕੁਐਸਚਨ ਰਹਿ ਗਿਆ ਸੀਗਾ, ਵਿੱਚ ਕਾਲ ਆ ਗਈ ਸੀਗੀ, ਤੇ ਅਗਲਾ ਮੇਰਾ ਤੁਹਾਡੇ ਤੋਂ ਕੁਐਸਚਨ ਹੈ ਕਿ ਇਹਦੇ ਵਿੱਚ ਐਲੀਜੀਬਿਲਟੀ ਕਿਹੜੇ ਜਾ ਮਤਲਬ ਲੋਕੀ ਕਿਹੜੇ ਜਾ ਸਕਦੇ। ਜਿਵੇਂ ਕਿ ਸਾਨੂੰ ਪਤਾ ਹੁੰਦਾ ਅਗਰ ਸਟੱਡੀ ਪਰਮਿਟ ਲਈ ਜਾਣਾ ਹੈ, ਸਾਰਿਆਂ ਨੂੰ ਪਤਾ ਹੁੰਦਾ ਕਿ ਇੰਨੇ ਮਤਲਬ ਜਿਹੜਾ ਜੇ +2 ਤੋਂ ਬਾਅਦ ਜਾ ਸਕਦਾ ਬੱਚਾ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਜਾ ਸਕਦਾ ਹੈ। ਲੇਕਿਨ ਹੁਣ ਇਹ ਤਾਂ ਹੈਗਾ ਵਰਕ ਪਰਮਿਟ, ਇਹਦੇ ਵਿੱਚ एलिजिबिलिटी किदी बनती है, कौन कौन जा सकता है? जी, इसमें 12th पास भी जा सकते हैं जो 12th पास आउट हैं, एंड ग्रेजुएट भी किसी भी स्ट्रीम में कोई भी स्टूडेंट अप्लाई कर सकता है। इसके लिए कोई ऐसा एज सच कोई ज़्यादा बड़ा क्राइटेरिया नहीं है जी। तो यस, 12th पास आउट एंड ग्रेजुएट किसी भी स्ट्रीम में, तो वो भी कर सकते हैं अप्लाई इजीली। बिल्कुल, देखो अगर मतलब ये भी गल क्लीयर होगी कि एलिजिबल सारे ही हैगे ने। बेसिक तुसीं इत्थे करदे कि ये भी तां नहीं कि कोई बिजनेस करदा होएगा या फिर कोई टीचिंग लाइन दे विच हैगा। कई बार मैं देखदा हुंदा कि इत्थे कोई भी कोई बैंकिंग च लगा, प्राइवेट सैक्टर दे विच लगा, या फिर कोई इत्थे प्राइवेट ਸਕੂਲਾਂ ਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਟੀਚ ਕਰਦੀਆਂ ਨੇ, ਬੱਚਿਆਂ ਨੂੰ ਪੜ੍ਹਾਉਂਦੀਆਂ ਨੇ, ਉਹਨਾਂ ਦਾ ਵੀ ਕਿਤੇ ਸੁਪਨਾ ਹੁੰਦਾ ਕਿ ਐਜੂਕੇਸ਼ਨ ਅੱਛੀ ਹੁੰਦੀ ਹੈ, ਲੇਕਿਨ ਉਹ ਜਾ ਨਹੀਂ ਪਾਉਂਦੇ। ਕਈ ਵਾਰੀ ਇਹੋ ਜਿਹੇ ਹਾਲਾਤ ਹੁੰਦੇ ਨੇ ਪਰਿਵਾਰਾਂ ਦੇ, ਨਹੀਂ ਉਹ ਅਫੋਰਡ ਨਹੀਂ ਕਰ ਪਾਉਂਦੇ, ਜਾ ਨਹੀਂ ਪਾਉਂਦੇ, ਤਾਂ ਉਹ ਵੀ ਐਲੀਜੀਬਲ ਹੈਗੇ ਨੇ। ਮੈਂ ਤੁਹਾਨੂੰ ਇੱਥੇ ਚੀਜ਼ ਦੱਸਣਾ ਚਾਹਾਂਗੀ, ਮੰਨ ਲਓ ਜਿਵੇਂ ਕੋਈ +2 ਪਾਸ ਹੁੰਦੇ ਨੇ, ਕਿਸੇ ਫੈਮਿਲੀ ਰੀਜ਼ਨ ਕਰਕੇ, ਕੁਝ ਵੀ ਹਾਲਾਤ ਕਰਕੇ ਅੱਗੇ ਨਹੀਂ ਪੜ੍ਹਾਈ ਪੂਰੀ ਕਰ ਪਾਉਂਦੇ, ਪੜ੍ਹਾਈ 'ਚ ਗੈਪ ਹੋ ਜਾਂਦਾ ਹੈ, ਜਾਂ ਇਸ ਤੋਂ ਇਲਾਵਾ ਕੋਈ ਵੀ ਗ੍ਰੈਜੂਏਟ ਪਰਸਨ ਹੋਵੇ, ਤੁਸੀਂ ਕਿਸੇ ਵੀ ਸਟਰੀਮ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ। ਫॉर एग्जांपल ਆਪਾਂ ਲੈ ਲੈਂਦੇ ਹਾਂ ਬੱਚਾ ਹੋਟਲ ਮੈਨੇਜਮੈਂਟ ਬੈਕਗ੍ਰਾਉਂਡ ਤੋਂ ਹੈ, ਬੱਚਾ ਨਰਸਿੰਗ ਬੈਕਗ੍ਰਾਉਂਡ ਤੋਂ ਹੈ, ਬੱਚਾ IT ਸੈਕਟਰ ਤੋਂ, ਜਾਂ ਕਿਸੇ ਨੇ ਨਾਰਮਲ ਗ੍ਰੈਜੂਏਸ਼ਨ ਵਿਦ ਆਰਟਸ ਵੀ ਕੀਤੀ ਹੋਵੇ, ਸਟਿਲ ਆਪਣਾ UK ਵਰਕ ਪਰਮਿਟ ਲਈ ਕੁਆਲੀਫਾਈ ਕਰਨਗੇ। ਡੈਫੀਨੇਟਲੀ ਤੁਸੀਂ ਇੱਕ ਵਾਰ ਸਾਡੇ ਆਫਿਸ ਵਿਜ਼ਿਟ ਕਰੋ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਗਾਈਡ ਕਰਾਂਗੇ ਕਿ ਹਾਂ ਤੁਸੀਂ ਕਿਵੇਂ ਆਪਣਾ UK ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪਏਗੀ ਜਾਂ ਕੀ ਆਪਾਂ ਹੋਰ ਪ੍ਰੋਸੀਜਰ ਫੋਲੋ ਕਰ ਸਕਦੇ ਹਾਂ। ਬਿਲਕੁਲ, ਕਿਉਂਕਿ ਕਈ ਵਾਰੀ ਮੈਂ ਦੇਖਦਾ ਹੁੰਦਾ ਕਿ ਇਹੋ ਜਿਹੇ ਪਰਿਵਾਰ ਹੁੰਦੇ ਨੇ ਪੰਜਾਬ ਦੇ ਵਿੱਚ, ਖਾਸ ਕਰਕੇ ਹੈਗੇ ਨੇ ਜਿਹੜੀ ਆਪਾਂ ਕਹਿੰਦੇ ਮੀਡੀਓਕਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਐਜੂਕੇਸ਼ਨ ਹੁੰਦੀ ਹੈ ਲੇਕਿਨ ਫੰਡਸ ਦੀ ਘਾਟ ਹੁੰਦੀ ਹੈ, ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਹੁੰਦੀ ਹੈ ਲੇਕਿਨ ਅਵੇਅਰਨੈਸ ਨਹੀਂ ਹੁੰਦੀ, ਪਤਾ ਨਹੀਂ ਹੁੰਦਾ। ਔਰ ਉਹ ਜਿਹੜੇ ਪਰਿਵਾਰ ਹੈਗੇ ਨੇ, ਅਗਰ ਸ਼ੋਅ ਦੇਖ ਰਹੇ ਨੇ ਤਾਂ ਤੁਸੀਂ ਆਪਣਾ ਬਾਹਰ ਜਾਣ ਦਾ ਜਿਹੜਾ ਸੁਪਨਾ ਹੈ ਉਹ ਸਾਕਾਰ ਕਰ ਸਕਦੇ ਹੋ। ਅਗਰ ਤੁਸੀਂ UK ਜਾਣਾ ਚਾਹੁੰਦੇ ਹੋ ਤਾਂ ਇਹ ਸ਼ੋਅ ਤੁਸੀਂ ਦੇਖ ਰਹੇ ਹੋ, ਇਹਨਾਂ ਦੇ ਨੰਬਰ ਦੇ ਉੱਪਰ ਕਾਲ ਕਰੋ, ਨੰਬਰ ਡਿਸਪਲੇ ਹੋ ਰਿਹਾ, ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਜਿਹੜਾ ਜਿਹਾ ਆਪਣੇ ਕੋਈ ਵੀ ਕੁਐਸਚਨ ਹੈ ਤੁਸੀਂ ਇੱਥੇ ਪੁੱਛ ਸਕਦੇ ਹੋ। ਪਰਵਿੰਦਰ ਮੈਡਮ, ਜੇ ਆਪਾਂ ਗੈਪ ਦੀ ਗੱਲ ਕਰੀਏ, ਕਿਉਂਕਿ ਲਾਸਟ ਕਾਲ ਸੀਗੀ, ਉਹਨਾਂ ਨੇ ਵੀ ਕਿਹਾ ਕਿ 5 ਸਾਲ ਦਾ ਗੈਪ ਹੈਗਾ, ਲੇਕਿਨ ਇਹ ਤਾਂ ਹੈ ਵਰਕ ਪਰਮਿਟ ਹੈ, ਇਹਦੇ ਵਿੱਚ ਗੈਪ ਦਾ ਤਾਂ ਕੋਈ ਇਸ਼ੂ ਹੀ ਨਹੀਂ ਹੋਏਗਾ। ਬਿਲਕੁਲ ਸਰ, ਬਿਲਕੁਲ ਠੀਕ ਕਿਹਾ ਤੁਸੀਂ। मैं फिर क्लियर करना चाहूँगी, कैंडिडेट +2 पास है, ग्रेजुएट है, स्टडी तो बाद इंडिया कोई ना वर्क एक्सपीरियंस नहीं है, पढ़ाई तो बाद लंबे समय का गैप है, 5 है, 10 साल है, 15 साल है, नो नीड टू वरी एट एनी कॉस्ट, स्टिल यू कैन अप्लाई। तुसीं साडे कोल विजिट करो, तुहानूं सही जानकारी दित्ती जाएगी कि इन्ने गैप के बावजूद भी अगर तुसीं UK का स्टूडेंट वीज़ा नहीं लै सकते बट तुसीं UK का वर्क परमिट डेफिनेटली लै सकते हो। बिल्कुल, अगर स्टूडेंट वीज़ा तो तुसीं चूक चुके हो या नहीं लग्या है, रिफ्यूजल आ गई सीगी, कोई दिक्कत आ गई सीगी, फंड्स नहीं सीगे, ਤਾਂ ਤੁਹਾਡੇ ਕੋਲ ਹੁਣੇ ਮੌਕਾ ਹੈਗਾ, ਉਹ ਵੀ ਵਿਦ ਫੈਮਿਲੀ। ਅਗਰ ਤੁਹਾਡੇ ਬੱਚੇ ਵੀ ਹੈਗੇ ਨੇ, ਉਹ ਵੀ ਤੁਹਾਡੇ ਨਾਲ ਜਿਹੜਾ ਫਲਾਈ ਕਰਨਗੇ, ਇਹ ਵੀ ਬੱਚਿਆਂ ਲਈ ਵੀ ਆਪਸ਼ਨ ਹੈਗੀ ਕਿ ਪਹਿਲੇ ਦਿਨ ਤੋਂ ਬੱਚਾ ਫਲਾਈ ਕਰ ਸਕਦਾ ਨਾਲ हस्बैंड वाइफ के नाल। बिल्कुल जी, बिल्कुल, स्पाउस भी साथ में ट्रैवल कर सकता है और चाइल्ड भी साथ में ट्रैवल कर सकता है। जे अगर जिवें आपां गल करांगे, जे वर्क परमिट दी गल चल रही है, तां जिहड़ा मेन एप्लीकेंट होएगा वो वर्किंग ते होएगा, और जिहड़ा को एप्लीकेंट है वो देखो कहा जाता है कि जिवें आप वर्क परमिट अप्लाई कर रहे हैं, जो मेन एप्लीकेंट एज एन एप्लीकेंट वो वर्क ते रहंदे हैं, और साथ जो डिपेंडेंट है स्पाउस है वो ओपन वर्क परमिट ते रहंदे हैं। कहने का भाव है कि पूरी फैमिली इकट्ठे अप्लाई कर सकते हैं और इकट्ठे जा सकते हैं। जी ਹੁਣ ਇੱਥੇ ਤੁਹਾਡੇ ਬਹੁਤ ਸਾਰੀ ਕਾਲ ਆਣੀ ਹੈ, ਉਹਨਾਂ ਨੇ ਤੁਹਾਡੇ ਪੁੱਛਣਾ ਹੈ ਕਿ ਬੇਸਿਕਲੀ ਇਹ ਹੈ ਕੀ ਚੀਜ਼, ਕਿਹੜੀ ਕੰਪਨੀ ਦੀ ਤੁਸੀਂ ਨੌਕਰੀ ਲਗਾ ਕੇ ਦੋਗੇ, ਕਿਹੜੀ ਲੋਕੇਸ਼ਨ ਰਹੇਗੀ, ਇਹ ਸਭ ਚੀਜ਼ਾਂ ਤੁਹਾਡੇ ਤੋਂ ਹੁਣ ਮਤਲਬ ਲੋਕਾਂ ਨੇ ਪੁੱਛਣੀਆਂ ਸਟਾਰਟ ਕਰ ਦੇਣੀ ਹੈ ਕਿ ਕਿਹੜੀ ਲੋਕੇਸ਼ਨ ਕਿਹੜੀ ਹੋਏਗੀ, ਕਿਹੜੀ ਕੰਪਨੀ ਹੈ, ਨੌਕਰੀ ਕਿਸ ਤਰ੍ਹਾਂ ਦੀ ਹੋਏਗੀ, ਜੌਬ ਕਿਸ ਤਰ੍ਹਾਂ ਦੀ ਹੋਏਗੀ। ਤਾਂ ਤੁਸੀਂ ਉਹ ਥੋੜਾ ਜਿਹਾ ਬੋਲ ਕੇ ਦੱਸ ਦਿਓ ਕਿ ਲੋਕੇਸ਼ਨ ਕਿੱਥੇ ਦੀਆਂ ਹੋਣਗੀਆਂ ਤੇ ਕਿਹੜੇ ਪ੍ਰੋਫਾਈਲ ਦੇ ਲਈ ਇਹ ਵਰਕ ਪਰਮਿਟ ਹੈਗਾ।
जी लोकेशन इसमें हमारे पास काफ़ी है, लाइक लंदन है, बर्मिंघम है, स्कॉटलैंड है, साउथ हॉल है, लिस्टर है, तो काफ़ी लोकेशंस के भी ऑप्शन हमारे पास अवेलेबल हैं ਜੀ ਇੱਕ ਕਾਲ ਦੇ ਸਾਡੇ ਨਾਲ ਜੁੜੇ ਨੇ, ਮੈਂ ਤੁਹਾਨੂੰ ਰੋਕਾਂਗਾ ਕਿਉਂਕਿ ਕਾਲ ਲੈਣੀ ਹੈ ਬਹੁਤ ਜ਼ਰੂਰੀ ਨੇ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ ਤੁਸੀਂ? ਸਰ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਹਾਂ, ਸਿਮਰਨ। ਹਾਂਜੀ ਸਿਮਰਨ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰਾ ਪਲੱਸ 2 ਦੇ ਬਾਅਦ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਹੈ 2020 ਵਿੱਚ। 2020 ਚ ਤੁਸੀਂ ਪਲੱਸ 2 ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੈ? ਹਾਂਜੀ। ਜੀ। ਤੇ ਉਸ ਤੋਂ ਬਾਅਦ ਮੈਂ ਜੌਬ ਕਰ ਰਹੀ ਹਾਂ ਐਜ਼ ਅ ਰਿਸੈਪਸ਼ਨਿਸਟ ਹੋਟਲ 'ਚ ਹੀ। ਹੋਟਲ 'ਚ ਤੁਸੀਂ ਪ੍ਰਾਈਵੇਟ ਜੌਬ ਕਰ ਰਹੇ ਹੋ? ਹਾਂਜੀ। ਜੀ ਤੇ ਮੈਂ ਯੂਕੇ ਦਾ ਅਪਲਾਈ ਕਰਨਾ ਚਾਹਤੀ ਹਾਂ, ਸਿੰਗਲ ਆ ਮੈਂ, ਜੀ ਕਿ ਮੇਰਾ ਹੋ ਜਾਊਗਾ? ਬਿਲਕੁਲ ਜੀ। ਦੇਖੋ ਪਰਵਿੰਦਰ ਮੈਮ, ਸਿਮਰਨ ਨਾਮ ਹੈ ਕੁੜੀ ਦਾ, ਪਲੱਸ 2 ਤੋਂ ਬਾਅਦ 2020 ਚ ਇਹਨਾਂ ਨੇ ਹੋਟਲ ਮੈਨੇਜਮੈਂਟ ਦਾ ਜਿਹੜਾ ਕੋਰਸ ਕੰਪਲੀਟ ਕੀਤਾ ਸੀਗਾ ਤੇ ਹੁਣ ਪ੍ਰਾਈਵੇਟ ਹੋਟਲ ਦੇ ਵਿੱਚ ਐਜ਼ ਅ ਰਿਸੈਪਸ਼ਨਿਸਟ ਜੌਬ ਕਰ ਰਹੇ ਆ। ਹੁਣ ਉਹਨਾਂ ਪਰਿਵਾਰਾਂ ਲਈ ਉਹਨਾਂ ਦੇ ਜਿਹੜੇ ਲੋਕੀ ਪ੍ਰਾਈਵੇਟ ਜੌਬ ਕਰ ਰਹੇ ਨੇ, ਕਿਤੇ ਹੋਟਲ ਦੇ ਵਿੱਚ ਲੱਗੇ ਹੋਇਆ, ਕੋਈ ਰੈਸਟੋਰੈਂਟ ਦੇ ਵਿੱਚ ਲੱਗਿਆ ਹੋਇਆ ਜਾਂ ਕਿਤੇ ਹਸਪੀਟਲ ਦੇ ਵਿੱਚ ਕੋਈ ਜੌਬ ਕਰ ਰਿਹਾ, ਉਹਨਾਂ ਪਰਿਵਾਰਾਂ ਲਈ ਤਾਂ ਤੁਹਾਡਾ ਇਹ ਮਤਲਬ ਇੱਕ 골ਡਨ ਚਾਂਸ ਹੋ ਗਿਆ ਇਹਦਾ। ਬਿਲਕੁਲ ਸਰ, ਇਹਨਾਂ ਦੇ ਪ੍ਰੋਫਾਈਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਗਰ ਸਾਡੇ ਕੋਲ ਕੋਈ ਵੀ ਸਟਰੀਮ ਦਾ ਕਿਸੇ ਬੈਕਗ੍ਰਾਉਂਡ ਦਾ ਸਟੂਡੈਂਟ ਹੈ ਤਾਂ ਸਾਡੇ ਕੋਲ ਇੱਕ ਆ ਕੇ ਵਿਜ਼ਿਟ ਜ਼ਰੂਰ ਕਰੇ। ਬਿਲਕੁਲ ਸਾਡੇ ਕੋਲ ਹੋਟਲ ਮੈਨੇਜਮੈਂਟ ਦੇ ਰਿਲੇਟਿਡ, ਮੈਂ ਸਪੈਸੀਫਿਕਲੀ ਕਹਾਂਗੀ ਆਈਟੀ ਬੈਕਗ੍ਰਾਉਂਡ ਦੇ ਰਿਲੇਟਿਡ ਔਰ ਇਸ ਤੋਂ ਇਲਾਵਾ ਨਰਸਿੰਗ ਬੈਕਗ੍ਰਾਉਂਡ ਰਿਲੇਟਿਡ ਕਾਫੀ ਅੱਛੀ ਜੌਬ ਅਪੋਰਚੁਨਿਟੀਜ਼ ਹੈਗੀਆਂ ਨੇ ਕਿ ਕੈਂਡੀਡੇਟ ਆਪਣੇ ਫੀਲਡ ਦੇ ਵਿੱਚ ਜੌਬ ਸਵਿਚ ਕਰਕੇ ਯੂਕੇ ਜਾ ਸਕਦਾ, ਉੱਥੇ ਆ ਕੇ ਆਪਣਾ ਕੰਮ ਕਰ ਸਕਦੇ ਨੇ। ਜਿਵੇਂ ਕਿ ਆਪਾਂ ਗੱਲ ਕਰਤੀ ਸੀਗੀ ਕਿ ਜਿਹੜਾ ਫੈਮਿਲੀ ਹੈ, ਫੈਮਿਲੀ ਵੀ ਨਾਲ ਜਾ ਸਕਦੀ ਆ। ਜਿਹੜਾ ਕਿ ਮੇਨ ਐਪਲੀਕੈਂਟ ਹੋਏਗਾ ਉਹ ਵਰਕ ਪਰਮਿਟ ਤੇ ਹੋਏਗਾ, ਜਿਹੜਾ ਸਪਾਊਸ ਹੋਏਗਾ ਉਹ ਵੀ ਓਪਨ ਵਰਕ ਪਰਮਿਟ ਤੇ ਹੋਏਗਾ। ਜਿਵੇਂ ਕਿ ਆਪਾਂ ਕਹਿ ਸਕਦੇ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਬੰਦਾ ਜਾਂਦਾ ਹੈ। ਲੇਕਿਨ ਇੱਥੇ ਮੈਂ ਪੁੱਛਿਆ ਸੀਗਾ ਕਿ ਅਗਰ ਕਿਸੇ ਨੇ ਫੈਮਿਲੀ ਜਾਣਾ ਹੈ ਤਾਂ ਉੱਥੇ ਵੀ ਹੁਣ ਦੇਖ ਫੈਮਿਲੀ ਦੀ ਗੱਲ ਆਉਂਦੀ ਹੈ ਤਾਂ ਕਿਸੇ ਨਾ ਕਿਤੇ ਕੰਸੀਡਰ ਲੋਕੀ ਕੀ ਕਰਦੇ ਨੇ, ਖਰਚਾ। ਕਿਉਂਕਿ ਅਗਰ ਇੱਕ ਬੱਚੇ ਨੇ ਜਦੋਂ ਸਟੂਡੈਂਟ ਵੀਜ਼ਾ ਤੇ ਕੋਈ ਜਾਂਦਾ ਸੀਗਾ, ਸਾਰਿਆਂ ਨੂੰ ਪਤਾ ਸੀਗਾ ਕਿ ਬਈ 12-15 ਲੱਖ ਰੁਪਏ ਦੇ ਆਸ-ਪਾਸ ਦੀ ਅਮਾਉਂਟ ਚਾਹੀਦੀ ਹੁੰਦੀ ਹੈ। ਅਗਰ ਕਿਸੇ ਨੇ ਡਿਪੈਂਡੈਂਟ ਤੇ ਜਾਣਾ ਹੈ ਤਾਂ ਉਹਦਾ ਵੀ ਖਰਚਾ ਜਿਹੜਾ ਜੇ ਇਨਕਲੂਡ ਹੁੰਦਾ ਸੀ, ਇੰਸ਼ੋਰੈਂਸ ਵਗੈਰਾ ਸਭ ਚੀਜ਼ਾਂ ਲੋਕਾਂ ਨੂੰ ਪਤਾ ਬੇਸਿਕਲੀ ਇਹ ਚੀਜ਼ਾਂ ਲੱਗਦੀਆਂ। ਲੇਕਿਨ ਅੱਜ ਤੁਸੀਂ ਜਿਹੜਾ ਡਿਸਕਸ ਕਰ ਰਹੇ ਹੋ ਇਹ ਪਹਿਲੀ ਵਾਰੀ ਹੀ ਸ਼ਾਇਦ ਕਿਸੇ ਨੇ ਇਸ ਮੰਚ ਦੇ ਉੱਪਰ ਡਿਸਕਸ ਕਰਦਾ ਹੈ ਯੂਕੇ ਵਰਕ ਪਰਮਿਟ ਦੇ ਨਾਂ ਤੋਂ, ਜਿਹੜਾ ਜੇ ਤੁਸੀਂ ਆਪਾਂ ਸ਼ੋਅ ਕਰ ਰਹੇ ਹਾਂ ਅੱਜ। ਇਹਦੇ ਵਿੱਚ ਹੁਣ ਖਰਚੇ ਦੀ ਗੱਲ ਕਰਾਂਗੇ ਤਾਂ ਜੇ ਅਗਰ ਇੱਕ ਹਸਬੈਂਡ ਵਾਈਫ ਦੇ ਨਾਲ ਇੱਕ ਬੱਚਾ ਹੈਗਾ, ਇੱਕ ਕੰਪਲੀਟ ਫੈਮਿਲੀ ਹੋ ਗਈ ਮੰਨ ਕੇ ਚੱਲੋ ਤੁਸੀਂ, ਉਹਨਾਂ ਨੇ ਅਗਰ ਜਾਣਾ ਹੋਵੇ ਤਾਂ ਕਿੰਨਾ ਕਿ ਜਿਹੜਾ ਪੈਸਾ ਹੈ ਉਹ ਲੈ ਕੇ ਚੱਲਣ, ਆਈਡੀਆ ਕਿੰਨਾ ਕਿ ਹੋਏਗਾ? ਬਿਲਕੁਲ ਬਿਲਕੁਲ ਸਹੀ ਸਵਾਲ ਤੁਹਾਡਾ। ਆਪਾਂ ਜਦੋਂ ਵੀ ਕਿਸੇ ਕੰਟਰੀ ਲਈ ਅਪਲਾਈ ਕਰਨਾ, ਸਭ ਤੋਂ ਪਹਿਲਾਂ ਸਾਡੇ ਮਾਈਂਡ 'ਚ ਆਉਂਦਾ ਹੈ ਬਜਟ। ਅਸੀਂ ਵੀ ਕਿਸੇ ਕੈਂਡੀਡੇਟ ਨੂੰ ਹਮੇਸ਼ਾ ਪੁੱਛਦੇ ਆ ਕਿ ਤੁਹਾਡਾ ਕੀ ਬਜਟ ਹੈ, ਤੁਸੀਂ ਕਿੰਨਾ ਕੁ ਖਰਚਾ ਅਫੋਰਡ ਕਰ ਸਕਦੇ ਹੋ, ਤਾਂ ਕਿ ਆਪਾਂ ਉਸੇ ਦੇ ਅਕੋਰਡਿੰਗ ਸਟੂਡੈਂਟ ਨੂੰ ਯੂਨੀਵਰਸਿਟੀ ਜਾਂ ਕੋਰਸ ਸੁਜੈਸਟ ਕਰਦੇ ਆ, ਰਾਈਟ। ਹੁਣ ਐਜ਼ ਔਨ ਡੇਟ ਸਭ ਨੂੰ ਪਤਾ ਹੈ ਕਿ ਯੂਕੇ ਦਾ ਸਟੂਡੈਂਟ ਵੀਜ਼ਾ ਅਗਰ ਤੁਸੀਂ ਵਿਦ ਫੈਮਿਲੀ ਜਾਣਾ ਚਾਹੁੰਦੇ ਹੋ ਤਾਂ ਉਹ ਇਨਟੇਕ ਕਲੋਜ਼ ਹੋ ਚੁੱਕੇ ਨੇ। ਬਟ ਅਗਰ ਫਿਰ ਵੀ ਤੁਸੀਂ ਆਪਣਾ ਵਿਦ ਫੈਮਿਲੀ ਯੂਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਅਗਰ ਸਟੂਡੈਂਟ ਵੀਜ਼ਾ ਜ਼ਰੀਆ ਬੰਦ ਹੋ ਗਿਆ ਤਾਂ ਸਾਡੇ ਕੋਲ ਤੁਹਾਡੇ ਲਈ ਯੂਕੇ ਦਾ ਵਰਕ ਪਰਮਿਟ ਦਾ ਜ਼ਰੀਆ ਬਿਲਕੁਲ ਓਪਨ ਹੈ। ਤੁਸੀਂ ਡੈਫੀਨਿਟਲੀ ਵਿਦ ਸਪਾਊਸ ਵਿਦ ਬੱਚਾ ਆਪਣਾ ਉੱਥੇ ਟਰੈਵਲ ਕਰ ਸਕਦੇ ਹੋ। ਔਰ ਜਿੱਥੇ ਤੁਹਾਡੇ ਬਜਟ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਅਵੇਅਰਨੈਸ ਹੋਏਗੀ ਜਿੰਨਾ ਤੋਂ ਖਰਚਾ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਦੇ ਕਰਕੇ ਯੂਕੇ ਪਹੁੰਚਦੇ ਹੋ, ਲਮਸਮ ਤੁਸੀਂ ਉਹਨੇ ਖਰਚੇ ਆਪਣਾ ਵਿਦ ਫੈਮਿਲੀ ਯੂਕੇ ਵਰਕ ਪਰਮਿਟ ਵੀ ਲੈ ਸਕਦੇ ਹੋ। ਬਿਲਕੁਲ, ਜਿਵੇਂ ਕਿ ਹੁਣ ਪਰਵਿੰਦਰ ਨੂੰ ਯੂਕੇ ਨੇ ਅਪਡੇਟ ਵੀ ਕਰ ਦਿੱਤਾ ਨਵਾਂ, ਉਹ ਅਪਡੇਟ ਕਦੋਂ ਤੋਂ ਸਟਾਰਟ ਹੋਣਾ ਹੈ ਕਿ ਸਪਾਊਸ ਜਿਹੜਾ ਹੈ ਉਹ ਨਾਲ ਨਹੀਂ ਜਾ ਪਾਏਗਾ। ਇੱਕ ਤੁਸੀਂ ਦੱਸ ਦਿਓ ਫਿਰ ਉਹਨਾਂ ਲਈ ਜਿਨ੍ਹਾਂ ਦਾ ਸਪਾਊਸ ਨਾਲ ਨਹੀਂ ਜਾ ਸਕਦਾ ਉਸ ਤਰੀਕ ਤੋਂ ਬਾਅਦ ਡੇਟ ਤੁਸੀਂ ਇੱਕ ਵਾਰੀ ਬੋਲ ਕੇ ਦੱਸ ਦੇਣਾ ਉਹਨਾਂ ਲਈ। ਇਹ ਤਾਂ ਮੈਂ ਕਹਿ ਸਕਦਾ ਕਿ ਇਹ 골ਡਨ ਚਾਂਸ ਹੋਏਗਾ, ਫਿਰ ਬਿਲਕੁਲ ਸਰ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ। ਅੱਜ ਦੀ ਡੇਟ 'ਚ ਕਲਾਇੰਟਸ ਨੂੰ, ਸਟੂਡੈਂਟ ਨੂੰ ਸਾਡੇ ਤੋਂ ਜ਼ਿਆਦਾ ਅਵੇਅਰਨੈਸ ਹੁੰਦੀ ਹੈ ਔਰ ਇਸ ਚੀਜ਼ ਲਈ ਜਗ੍ਹਾ ਜਗ੍ਹਾ ਫਿਰਦੇ ਨੇ, ਪੁੱਛ ਰਹੇ ਨੇ, ਕੰਸਲਟੈਂਟ ਨੂੰ ਵਿਜ਼ਿਟ ਕਰਦੇ ਨੇ ਕਿ ਰੂਲਸ ਕੀ ਚੇਂਜ ਹੋਏ ਨੇ। ਠੀਕ ਹੈ, ਤਾਂ ਸਭ ਨੂੰ ਪਤਾ ਹੀ ਹੈ, ਸਭ ਨੂੰ ਨੌਲੇਜ ਹੈਗਾ ਕਿ ਸਪਟੈਂਬਰ ਇਨਟੇਕ 2023 ਦਾ ਲਾਸਟ ਇਨਟੇਕ ਹੈ ਫॉर ए ਸਟੂਡੈਂਟਸ ਕਿ ਜਿਹੜੇ ਆਪਣੇ ਵਿਦ ਸਪਾਊਸ ਜਾਂ ਵਿਦ ਫੈਮਿਲੀ ਟਰੈਵਲ ਕਰ ਸਕਦੇ ਨੇ ਡੈਫੀਨਿਟਲੀ। ਬਟ ਸਪਟੈਂਬਰ ਇਨਟੇਕ ਅਪਲਾਈ ਕਰਨ ਦੀ ਡੈਡਲਾਈਨ ਸਭੀ ਯੂਨੀਵਰਸਿਟੀ ਦੀਆਂ ਕਲੋਜ਼ਡ ਹੋ ਗਈਆਂ ਨੇ, ਤਾਂ ਬਿਲਕੁਲ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਅਗਰ ਤੁਸੀਂ ਸਪਟੈਂਬਰ ਇਨਟੇਕ ਲਈ ਆਪਣਾ ਸਟੂਡੈਂਟ ਵੀਜ਼ਾ ਦਾ ਮੌਕਾ ਸਕਿਪ ਕਰ ਚੁੱਕੇ ਹੋ ਤਾਂ ਤੁਹਾਨੂੰ ਅਸੀਂ ਯੂਕੇ ਜ਼ਰੂਰ ਭੇਜਾਂਗੇ, ਬਟ ਤੁਹਾਨੂੰ ਐਜ਼ ਅ ਵਰਕ ਪਰਮਿਟ ਡਾਇਰੈਕਟਲੀ ਅਸੀਂ ਅਪਲਾਈ ਕਰਾ ਸਕਦੇ ਹਾਂ। ਬਿਲਕੁਲ, ਹੁਣ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ ਕਿ ਜਿਹੜੇ ਸਪਟੈਂਬਰ ਇਨਟੇਕ ਤੋਂ ਬਾਅਦ ਸਪਾਊਸ ਨਾਲ ਲਿਜਾਣ ਦੀ ਸੋਚ ਰਹੇ ਸੀਗੇ ਉਹਨਾਂ ਲਈ ਤਾਂ ਇਹ ਜਿਹੜਾ ਜਿਹਾ ਮੌਕਾ ਹੈ ਇਹ 골ਡਨ ਚਾਂਸ ਹੋਏਗਾ। ਤੁਸੀਂ ਕਦੇ ਵੀ ਹੱਥੋਂ ਨਾ ਜਾਣ ਦਿਓ। ਮਾਈ ਵੀਜ਼ਾ ਪੁਆਇੰਟ ਦਾ ਆਫਿਸ ਜਿਹੜਾ ਜਿਹਾ ਮੈਂ ਐਡਰੈਸ ਮੈਂਸ਼ਨ ਕਰ ਰਿਹਾ, ਸੈਕਟਰ 22 ਚੰਡੀਗੜ੍ਹ ਵਿਖੇ ਹੈਗਾ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਔਰ ਕੋਸ਼ਿਸ਼ ਕਰਨਾ ਕਿ ਜਦੋਂ ਤੁਸੀਂ, ਕਿਉਂਕਿ ਇਹ ਹੈ ਵਰਕ ਪਰਮਿਟ ਵਿਦ ਫੈਮਿਲੀ ਹੈ, ਤਾਂ ਜਦੋਂ ਵੀ ਆਣਾ ਹੈ ਤੇ ਹਸਬੈਂਡ ਵਾਈਫ ਜਾਂ ਜਿਸਨੇ ਵੀ ਜਾਣਾ ਨਾਲ ਤੁਹਾਡੇ ਉਹਨੂੰ ਨਾਲ ਲੈ ਕੇ ਆਣਾ, ਤਾਂ ਕਿ ਡਿਸੀਜਨ ਨੂੰ ਤੁਸੀਂ ਕਈ ਵਾਰੀ ਕੀ ਦੇਖਦੇ ਹੁੰਦੇ ਆਪਾਂ ਕਿ ਦੂਰੋਂ ਟਰੈਵਲ ਕਰਨਾ ਹੁੰਦਾ, ਕਿਸੇ ਨੇ ਬਠਿੰਡੇ ਤੋਂ ਆਣਾ, ਕਿੱਥੋਂ ਆਣਾ ਹੈ, ਤੇ ਉਹ ਸਾਰਾ ਦਿਨ ਆਉਣ ਚ ਲੱਗ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇਕੱਲੇ ਟਰੈਵਲ ਕਰਦੇ ਹੋ, ਇਕੱਲੇ ਆਉਣ ਤੋਂ ਬਾਅਦ ਤੁਸੀਂ ਘਰ ਜਾ ਕੇ ਇਹ ਡਿਸਾਈਡ ਕਰਦੇ ਹੋ ਕਿ ਆਪਾਂ ਜਾਣਾ ਕਿ ਨਹੀਂ ਜਾਣਾ ਜਾਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ।
ਇਸ ਤੋਂ ਚੰਗਾ ਹੁੰਦਾ ਕਿ ਤੁਸੀਂ ਦੇਖੋ ਸਾਹਮਣੇ ਵਾਲੇ ਦਾ ਟਾਈਮ ਵੀ ਜਿਹੜਾ ਉਹ ਕੀਮਤੀ ਹੁੰਦਾ, ਤੁਸੀਂ ਇੰਨੀ ਦੂਰੋਂ ਆਣਾ ਹੁੰਦਾ, ਖਰਚਾ ਵੀ ਹੁੰਦਾ ਆਣ ਜਾਣ ਦਾ, ਉਸ ਤੋਂ ਬਾਅਦ ਦਿਨ ਵੀ ਵੇਸਟ ਹੁੰਦਾ, ਕਿਉਂਕਿ ਸਾਰੇ ਆਲਮੋਸਟ ਜਿਹੜੇ ਹੈਗੇ ਨੇ ਆਪਣੇ ਆਪਣੇ ਕੰਮਾਂ ਕਾਰਾਂ 'ਚ ਰੁੱਝੇ ਹੁੰਦੇ ਨੇ, ਕੋਈ ਜੌਬ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਸਾਰੇ ਜਿਹੜੇ ਨੇ ਉਹ ਕੁਝ ਨਾ ਕਿਤੇ ਕੰਮ ਕਰ ਹੀ ਰਹੇ ਹੁੰਦੇ ਨੇ। ਇਸ ਕਰਕੇ ਜਦੋਂ ਵੀ ਤੁਸੀਂ ਆਣਾ ਹੈ ਤੇ ਮਤਲਬ ਡਿਸੀਜਨ ਜਿਹੜਾ ਮੇਕਰ ਹੋਏਗਾ ਉਹਨੂੰ ਨਾਲ ਲੈ ਕੇ ਆਣਾ ਹੈ। ਇੱਕ ਕਾਲਰ ਦੇ ਨਾਲ ਜੁੜੇ ਹੋਏ ਆ, ਆਪਾਂ ਪੁੱਛਦੇ ਹਾਂ ਕਿੱਥੋਂ ਗੱਲ ਕਰ ਰਹੇ ਹਾਂ। ਹੈਲੋ, ਕਾਲ ਕੱਟ ਗਈ, ਚਲੋ ਕੋਈ ਗੱਲ ਨਹੀਂ, ਦੁਬਾਰਾ ਆ ਜਾਏਗੀ। ਲੇਕਿਨ ਫਿਰ ਵੀ ਪ੍ਰਵਿੰਦਰ ਮੈਮ, ਮੈਂ ਤੁਸੀਂ ਵੀ ਇੱਕ ਵਾਰੀ ਕਲੀਅਰ ਕਰ ਦਿਓ ਕਿ ਬੇਸਿਕਲੀ ਜਦੋਂ ਲੋਕੀ ਆਉਂਦੇ ਆ ਤੁਹਾਡੇ ਕੋਲ ਤਾਂ ਇਹੀ ਕਹਿੰਦੇ ਆ ਕਿ ਅਸੀਂ ਸੋਚ ਕੇ ਦੱਸਾਂਗੇ, ਤੇ ਉਹਨਾਂ ਲਈ ਜਿਹੜਾ ਨਾ ਸੋਚ ਕੇ ਦੱਸਣਾ ਹੈ ਉਹਨਾਂ ਲਈ ਤਾਂ ਤੁਸੀਂ ਵੈਲਕਮ ਕਰਦੇ ਹੋ ਜਾਂ ਨਹੀਂ? ਦੇਖੋ, ਕੋਈ ਵੀ ਅਗਰ ਕਲਾਇੰਟ ਸਾਡੇ ਆਫਿਸ ਵਿਜ਼ਿਟ ਕਰਦਾ ਹੈ, ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਦੱਸਣਾ ਚਾਹਾਂਗੀ, ਤੁਸੀਂ ਇੰਨੀ ਦੂਰੋਂ ਆਪਣਾ ਮਨ ਬਣਾ ਕੇ ਕਿਸੇ ਵੀ ਕੰਪਨੀ ਜਾਂ ਕਿਸੇ ਆਫਿਸ ਨੂੰ ਵਿਜ਼ਿਟ ਕਰਦੇ ਹੋ। ਇੱਕ ਕਾਲਰ ਜੁੜ ਗਏ ਸਾਡੇ ਨਾਲ। ਹਾਂਜੀ, ਕਿੱਥੋਂ ਗੱਲ ਕਰ ਰਹੇ ਜੀ? सर मैं बात कर रही हूँ, रोहतक से बात कर रही हूँ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? सर मेरी बेटी ने ना 2000 अभी रिसेंटली पास आउट है +2। +2, ठीक है जी। ठीक है, मैं कंफर्म करना, क्या वो ऑफर में अप्लाई कर सकती है? ਰੀਸੈਂਟਲੀ +2 ਪਾਸ ਆਊਟ ਹੈ ਔਰ ਤੁਸੀਂ ਕਹਿ ਰਹੇ ਹੋ ਕਿ ਵਰਕ ਪਰਮਿਟ ਜਿਹੜਾ ਜੇ ਹੈ ਯੂਕੇ ਦਾ ਅਪਲਾਈ ਕਰਨਾ ਹੈ। जी बिल्कुल। ਕਿਸ ਸਟਰੀਮ ਦੇ ਵਿੱਚ ਤੁਹਾਡੀ ਗੁੜੀਆ ਹੈਗੀ ਹੈ? मेडिकल। ਮੈਡੀਕਲ ਸਟਰੀਮ 'ਚ +2 ਕੀਤੀ ਹੈ ਜੀ। ਤੇ ਨੰਬਰ ਕਿੰਨੇ % ਸੀਗੇ? सर 80% मार्क्स है। 80% ਮਾਰਕਸ ਨੇ सीबीएसई बोर्ड। CBSE, ਠੀਕ ਹੈ। ਪ੍ਰਵਿੰਦਰ ਮੈਮ, ਪਹਿਲੇ ਤਾਂ ਤੁਸੀਂ ਇਹ ਦੱਸ ਦਿਓ ਕਿ ਆਪਾਂ ਜਿਹੜਾ ਲਾਸਟ ਆਨਸਰ ਦੇ ਰਹੇ ਸੀ ਉਹ ਕਲੀਅਰ ਕਰ ਦਿਓ, ਕਿਉਂਕਿ ਉਹ ਵਿੱਚੇ ਰਹਿ ਜਾਣਾ। ਉਸ ਤੋਂ ਬਾਅਦ ਆਪਾਂ ਇਸ ਕਾਲ ਨੂੰ ਡਿਸਕਸ ਕਰਦੇ ਹਾਂ। ਉਹਨਾਂ ਲਈ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਤੁਹਾਡੇ ਕੋਲ ਆ ਕੇ ਫਿਰ ਕਹਿੰਦੇ ਕਿ ਅਸੀਂ ਬਾਅਦ 'ਚ ਅਪਲਾਈ ਕਰਾਂਗੇ ਜਾਂ ਸੋਚ ਕੇ ਦੱਸਾਂਗੇ, ਕਿਉਂਕਿ ਤੁਹਾਡਾ ਵੀ ਟਾਈਮ ਕੀਮਤੀ ਹੁੰਦਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੇ ਜਿਹੜਾ ਇੰਨੀ ਦੂਰੋਂ ਤੁਰ ਕੇ ਆਉਣਾ ਹੁੰਦਾ, ਉਹ ਸਾਰਾ ਦਿਨ ਖਰਾਬ ਹੁੰਦਾ ਉਹਨਾਂ ਦਾ। ਬਿਲਕੁਲ ਜੀ। ਅਗਰ ਤੁਸੀਂ ਕਿਸੇ ਕੰਸਲਟੈਂਟ ਨੂੰ ਵਿਜ਼ਿਟ ਕਰ ਰਹੇ ਹੋ, ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗੀ ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਸਾਰੇ ID ਪ੍ਰੂਫ ਵਗੈਰਾ ਨਾਲ ਜ਼ਰੂਰ ਕੈਰੀ ਕਰੋ। ਔਰ ਪਲੱਸ ਪੁਆਇੰਟ ਹੈ ਕਿ ਜੋ ਵੀ ਡਿਸੀਜਨ ਮੇਕਰ ਬੰਦਾ ਨਾਲ ਜ਼ਰੂਰ ਆਉਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਆਪਾਂ ਘਰੇ ਜਾਂਦੇ ਆ 2 ਦਿਨ 4 ਦਿਨ ਸਲਾਹ ਲੱਗਣ ਨੂੰ ਕਰਦੇ ਨੇ, ਆਪਣਾ ਜਿਹੜਾ ਮੌਕਾ ਹੈ ਹੱਥੋਂ ਨਿਕਲ ਜਾਂਦਾ ਹੈ। ਕਿਉਂਕਿ ਵਰਕ ਪਰਮਿਟ ਇੱਕ ਐਸਾ ਤੁਹਾਡੇ ਵਾਸਤੇ 골ਡਨ ਚਾਂਸ ਹੈ ਕਿ ਜੋ ਵੀ ਕੈਂਡੀਡੇਟ जो विद फैमिली पहला यूके से नहीं अप्लाई कर सके, जो उन्होंने को हुण कोई रीजन करके गैप करके स्कोर करके या फंड्स करके ये मौका हाथ चों निकल गया सितंबर इनटेक वाला, तो विद फैमिली अपना यूके जान दा हुण ये मौका हाथ चों ना गवाओ। तुसीं जदों भी साडे ऑफिस विजिट करना है तो एक डिसीजन मेकर फैमिली चों वड्डा बंदा नाल जरूर होना चाहिए, तुहाडे डॉक्यूमेंट्स नाल कैरी होने चाहिए, सो दैट जिस टाइम तुहानूं असीं मिलीए तुहाडा बैकग्राउंड ਪੁੱਛੀਏ, ਸਾਰਾ ਕੁਝ ਸਾਨੂੰ ਕਲੀਅਰ ਕਰੋ ਤਾਂ ਕਿ ਆਪਾਂ ਔਨ ਦਾ ਸਪੌਟ ਇਸ ਚੀਜ਼ ਨੂੰ ਅਪਲਾਈ ਕਰ ਸਕੀਏ। ਬਿਲਕੁਲ। ਹੁਣ ਆਪਾਂ ਉਸ ਕਾਲ ਦੇ ਉੱਪਰ ਆਉਂਦੇ ਹਾਂ, ਜਿਹੜੀ ਕਾਲ ਰੋਹਤਕ ਤੋਂ ਸਾਨੂੰ ਆਈ ਸੀਗੀ। ਇਹਨਾਂ ਨੇ ਆਪਣੀ ਗੁੜੀਆ ਦੇ ਬਾਰੇ ਪੁੱਛਿਆ ਹੈ ਤੇ ਮੈਂ ਰਸ਼ਿਕਾ ਮੈਡਮ ਤੋਂ ਪੁੱਛਣਾ ਚਾਹਾਂਗਾ ਬੇਸਿਕਲੀ ਕਿ +2 ਇਹਨਾਂ ਦੀ ਐਜੂਕੇਸ਼ਨ ਸੀਗੀ ਔਰ ਉਸ ਤੋਂ ਬਾਅਦ ਹਾਲੇ ਲੇਟੈਸਟ ਬੰਦੇ ਨੇ +2 ਕੀਤੀ ਹੈ ਔਰ ਮੈਡੀਕਲ ਚੋਂ ਕੀਤੀ ਹੈ। 80% ਇਹਨਾਂ ਦੇ ਨੰਬਰ ਸੀਗੇ। ਨੰਬਰ ਦੇ ਵੱਲੋਂ ਗੱਲ ਕਰੀਏ ਤਾਂ ਬਹੁਤ ਅੱਛਾ ਸਕੋਰ ਹੈ। CBSE ਬੋਰਡ ਤੋਂ ਇਹਨਾਂ ਨੇ +2 ਪਾਸ ਆਊਟ ਕੀਤੀ ਹੈ। ਅੱਛਾ, ਇਹੋ ਜਿਹਾ ਬੱਚਾ ਹੋਏਗਾ 80% ਵਾਲਾ ਤਾਂ ਦੇਖੋ ਉਹਨਾਂ ਨੇ ਕਿੰਨੀ ਪੋਜ਼ਿਟਿਵਿਟੀ ਦਿਖਾਈ ਹੈ ਕਿ +2 ਕਰਨ ਤੋਂ ਬਾਅਦ ਬੱਚੇ ਨੂੰ, ਅਗਰ ਮੈਂ ਇਧਰ ਦੀ ਗੱਲ ਕਰਾਂ ਤੇ ਲੋਕੀ ਕੀ ਕਹਿੰਦੇ ਕਿ +2 ਕਰ ਲਈ ਹੈ ਬੱਚੇ ਨਾਲ 80% ਨੰਬਰ ਹੈਗੇ ਨੇ ਤਾਂ ਇਹਨੂੰ ਕੈਨੇਡਾ ਭੇਜੋ ਜਾਂ USA ਭੇਜੋ ਜਾਂ ਆਸਟ੍ਰੇਲੀਆ ਭੇਜੋ ਜਾਂ ਨਿਊਜ਼ੀਲੈਂਡ ਭੇਜੋ। ਲੇਕਿਨ ਇਹ ਸ਼ੋਅ ਦੇਖ ਰਹੇ ਹੋਣਗੇ, ਸ਼ਾਇਦ ਇਹਨਾਂ ਨੂੰ ਇਹ ਚੀਜ਼ ਵਧੀਆ ਲੱਗੀ ਹੋਏਗੀ ਤਾਂ ਇਹਨਾਂ ਨੇ ਕਾਲ ਕੀਤੀ ਹੈ। ਤੁਸੀਂ ਕੀ ਕਹਿੰਦੇ ਹੋ ਰਸ਼ਿਕਾ ਮੈਡਮ ਕਿ +2 ਲੈਵਲ ਦੇ ਇਸ ਬੱਚੇ ਨੂੰ 80% ਜਿਹਦੇ ਨੰਬਰ ਹੈਗੇ ਨੇ ਮੈਡੀਕਲ ਸਟਰੀਮ ਦੇ ਵਿੱਚ, ਇਹਨੂੰ ਵਰਕ ਪਰਮਿਟ ਅਪਲਾਈ ਕਰਨਾ ਚਾਹੀਦਾ? जी बिल्कुल करना चाहिए। मैंने जैसे आपको पहले भी बताया कि कोई भी स्ट्रीम में ग्रेजुएट स्टूडेंट प्लस 12th पास कोई भी अप्लाई कर सकता है, तो आई थिंक बहुत अच्छा फ्यूचर है, तो बिल्कुल इनको अप्लाई करना चाहिए, बेस्ट अपॉर्चुनिटी है। ਜੀ ਪ੍ਰਵਿੰਦਰ ਮੈਮ, ਅਗਲਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਾਂਗਾ ਕਿਉਂਕਿ ਮੈਨੂੰ ਇੱਕ ਦਿਮਾਗ ਦੇ ਵਿੱਚ ਹੁਣ ਗੱਲ ਚੱਲ ਰਹੀ ਹੈ, ਲੋਕੀ ਬਹੁਤ ਸਾਰੇ ਸ਼ੋਅ ਦੇਖ ਰਹੇ ਨੇ, ਕਾਲ ਵੀ ਕਰ ਰਹੇ ਆ। ਸਾਰੀ ਕਾਲ ਤਾਂ ਮੈਂ ਨਹੀਂ ਅਟੈਂਡ ਕਰ ਪਾ ਰਿਹਾ, ਲੇਕਿਨ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਅਟੈਂਡ ਹੋ ਰਹੀਆਂ ਉਹਨਾਂ ਦੇ ਜਵਾਬ ਜਿਹੜੇ ਆ ਉਹ ਦਿੱਤੇ ਜਾਣ। ਅਗਰ ਤੁਹਾਡੀ ਕਾਲ ਮਿਸ ਹੋ ਗਈ ਹੈ ਤਾਂ ਤੁਸੀਂ ਇਹ ਨਾ ਸੋਚਣਾ ਕਿ ਤੁਹਾਨੂੰ ਕਾਲ ਨਹੀਂ ਆਏਗੀ, ਤੁਹਾਨੂੰ ਕਾਲ ਸ਼ੋਅ ਤੋਂ ਬਾਅਦ ਜਿਹੜੀ ਜੀ ਹੈ ਉਹ ਮਾਈ ਵੀਜ਼ਾ ਪੁਆਇੰਟ ਦੇ ਆਫਿਸ ਤੋਂ ਕਾਲ ਆ ਜਾਏਗੀ। ਤੁਸੀਂ ਉਹਨਾਂ ਨਾਲ ਵੀ ਆਪਣੀ ਸਾਰੀ ਗੱਲਾਂ ਬਾਤਾਂ ਜਿਹੜੀਆਂ ਉਹ ਡਿਸਕਸ ਕਰ ਸਕਦੇ ਹੋ। ਮੈਡਮ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਤਾਂ ਪਰਿਵਾਰ ਦੇ ਵਿੱਚ ਜਦੋਂ 4-5 ਬੰਦੇ ਦੇ ਡਿਸੀਜਨ ਮੇਕਰ ਹੁੰਦੇ ਨੇ, ਉਹ ਕਈ ਵਾਰੀ ਡਿਸੀਜਨ ਨਹੀਂ ਲੈ ਪਾਉਂਦੇ। ਲੇਕਿਨ ਉਸ ਤੋਂ ਬਾਅਦ ਦੇਖੋ ਮੇਨ ਐਪਲੀਕੈਂਟ ਦੀ ਗੱਲ ਕਰਦੇ ਹਾਂ ਐਜੂਕੇਸ਼ਨ ਦੀ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੁੜੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ ਜਾਂ ਫਿਰ ਪਿੰਡਾਂ ਪੁੰਡਾਂ 'ਚ ਆਪਾਂ ਦੇਖਦੇ ਹਾਂ ਮੁੰਡੇ ਥੋੜਾ ਘੱਟ ਪੜ੍ਹੇ ਹੁੰਦੇ ਆ। ਆਪਾਂ ਰੂਟੀਨ ਦੇ ਵਿੱਚ ਦੇਖਦੇ ਹੁੰਦੇ ਆ ਆਪਣੇ ਸਰਕਲ ਦੇ ਵਿੱਚ, ਤੇ ਮੁੰਡੇ ਦੀ ਜਿਹੜੀ ਐਜੂਕੇਸ਼ਨ ਇਹ ਨਹੀਂ ਕਿ ਹਰ ਜਗ੍ਹਾ ਐਸਾ ਹੁੰਦਾ, ਲੇਕਿਨ ਕਿਤੇ ਨਾ ਕਿਤੇ ਜਿਹੜੀ ਆ ਉਹ ਕੁੜੀ ਜ਼ਿਆਦਾ ਪੜ੍ਹੀ ਲਿਖੀ ਹੁੰਦੀ ਹੈ। ਤੇ ਆਪਾਂ ਦੇਖਦੇ ਹਾਂ ਜੇ ਮੇਨ ਐਪਲੀਕੈਂਟ ਦੀ ਅਗਰ ਐਜੂਕੇਸ਼ਨ ਜੇ ਸਹੀ ਹੈਗੀ ਹੈ ਇਸ ਵਰਕ ਪਰਮਿਟ ਦੇ ਲਈ, ਤਾਂ ਜਿਹੜਾ ਕੋ ਐਪਲੀਕੈਂਟ ਹੈ ਉਹਦੀ ਜਿਹੜੀ ਐਜੂਕੇਸ਼ਨ ਮਾਇਨੇ ਰੱਖਦੀ ਹੈ।
ਬਹੁਤ ਵਧੀਆ ਸਵਾਲ ਸਰ ਤੁਹਾਡੇ ਵੱਲੋਂ ਪੁੱਛਿਆ ਗਿਆ ਹੈ। ਮੈਂ ਦੱਸਣਾ ਚਾਹਾਂਗੀ ਜੋ ਮੇਨ ਐਪਲੀਕੈਂਟ ਹੈ, ਮੇਨ ਜੋ ਐਜੂਕੇਸ਼ਨਲ ਬੈਕਗ੍ਰਾਉਂਡ ਹੈ, ਸਿਰਫ ਉਹਦਾ ਹੀ ਕੰਸੀਡਰ ਹੁੰਦਾ ਹੈ। ਕੋ ਐਪਲੀਕੈਂਟ ਮੀਨਸ ਸਪਾਊਸ ਦੀ ਕੁਆਲੀਫਿਕੇਸ਼ਨ ਉਸ ਚੀਜ਼ 'ਚ ਮੈਟਰ ਨਹੀਂ ਕਰਦੀ ਹੈ। ਅਗਰ ਤੁਹਾਡਾ ਕੋ ਐਪਲੀਕੈਂਟ ਮੈਟ੍ਰਿਕ ਹੈ, +2 ਹੈ, ਚਾਹੇ ਗ੍ਰੈਜੂਏਟ ਹੈ, ਜੋ ਮੇਨ ਪ੍ਰੋਫਾਈਲ ਜਿਸ ਪ੍ਰੋਫਾਈਲ ਅਸੀਂ ਆਪਾਂ ਯੂਕੇ ਦਾ ਵਰਕ ਪਰਮਿਟ ਅਪਲਾਈ ਕਰਨਾ ਹੈ, ਕਿਸੇ ਜੌਬ ਵਾਸਤੇ ਅਪਲਾਈ ਕਰਨਾ ਹੈ, ਤਾਂ ਕ੍ਰਾਈਟੇਰੀਆ ਤੁਹਾਡੀ ਐਜੂਕੇਸ਼ਨ ਨੂੰ ਫੋਲੋ ਕਰੇਗਾ। ਬਿਲਕੁਲ। ਜੇ ਅਗਰ ਕਿਸੇ ਨੇ ਕੋਈ ਕੰਮਕਾਰ ਨਹੀਂ ਕਰਦਾ ਇੱਥੇ, ਆ ਮੰਨ ਕੇ ਚਲੋ, ਇਹ ਮੈਂ ਕਹਿੰਦਾ ਇਹ ਮਤਲਬ ਨਹੀਂ ਹੈ ਕਿ ਨਹੀਂ ਕਰਦਾ, ਕੋਈ ਨਾ ਕੋਈ ਕੰਮ ਕਰਦਾ, ਸਾਰੇ ਕਰਦੇ ਨੇ, ਲੇਕਿਨ ਕਈ ਵਾਰੀ ਹੁੰਦਾ ਪਿੰਡਾਂ 'ਚ ਲੋਕੀ ਖੇਤੀਬਾੜੀ ਕਰਦੇ ਨੇ, ਅਸੀਂ ਉਹਨੂੰ ਵੀ ਕੰਮਕਾਰ 'ਚ ਗਿਣਦੇ ਆ, ਲੇਕਿਨ ਪਿੰਡਾਂ ਦੇ ਲੋਕੀ ਉਹਨੂੰ ਕੰਮਕਾਰ 'ਚ ਨਹੀਂ ਗਿਣਦੇ, ਉਹ ਕਹਿੰਦੇ ਤਾਂ ਖੇਤੀ ਕਰਦਾ ਹੈ। ਕੋਈ ਅਗਰ ਕਿਸੇ ਦੀ ਡਾਇਰੀ ਹੈ, ਦੁੱਧ ਪਾਉਂਦਾ, ਕਿਸੇ ਨੇ ਮੱਝਾਂ ਰੱਖੀਆਂ ਹੋਈਆਂ, ਉਹਦਾ ਕੰਮ ਉਹਨਾਂ ਦੁੱਧ ਪਾਣਾ, ਅਸੀਂ ਉਹ ਲੋਕੀ ਜਿਹੜੇ ਉਹਨੂੰ ਕਹਿੰਦੇ ਤਾਂ ਵਿਹਲਾ ਇਹਨਾਂ ਤੋਂ ਦੁੱਧ ਪਾ ਕੇ ਸਵੇਰੇ ਵਿਹਲੇ ਹੋ ਜਾਣਾ, ਸਾਰਾ ਦਿਨ ਇਹਨਾਂ ਕੋਈ ਕੰਮ ਨਹੀਂ ਕਰਨਾ, ਲੇਕਿਨ ਐਕਚੁਅਲ 'ਚ ਹੈ ਤਾਂ ਉਹ ਵੀ ਕੰਮ ਹੀ ਹੈ, ਕਿਉਂਕਿ ਉਹਦੇ 'ਚ ਵੀ ਪੈਸਾ ਲੱਗਦਾ, ਪੈਸਾ ਆਉਂਦਾ, ਤੇ ਇੱਕ ਤਰ੍ਹਾਂ ਦਾ ਬਿਜ਼ਨਸ ਹੋ ਗਿਆ। ਤੇ ਉਹਨਾਂ ਲੋਕਾਂ ਲਈ ਵੀ ਆਪਸ਼ਨ ਹੈ ਜਿਹੜੇ ਇੱਥੇ ਮਤਲਬ ਖੇਤੀਬਾੜੀ ਦਾ ਕੰਮ ਕਰਦੇ ਨੇ, ਜਾਂ ਐਗਰੀਕਲਚਰ ਬੇਸਡ ਜਿਹੜੇ ਲੋਕੀ ਹੈਗੇ, ਚਾਹੇ ਐਗਰੀਕਲਚਰ ਹੈ, ਚਾਹੇ ਡੈਰੀ ਫਾਰਮਿੰਗ ਹੈ, ਆਂਦਾ ਤਾਂ ਸਰ ਬਿਜ਼ਨਸ ਦੇ ਵਿੱਚ ਹੈ। ਤੁਸੀਂ ਸਾਡਾ ਇੱਕ ਸੋਰਸ ਆਫ ਇਨਕਮ ਹੈ, ਤੁਸੀਂ ਕੀ ਕੰਮ ਕਰਦੇ ਹੋ, ਤੁਹਾਡੀ ਆਮਦਨ ਹੋ ਰਹੀ ਹੈ। ਇਸ 'ਚ ਚਾਹੇ ਕੋਈ ਕੈਂਡੀਡੇਟ ਸੈਲਫ ਇੰਪਲੋਇਡ ਹੈ, ਚਾਹੇ ਪ੍ਰਾਈਵੇਟ ਜੌਬ 'ਚ ਹੈ, ਚਾਹੇ ਗਵਰਨਮੈਂਟ ਜੌਬ 'ਚ ਹੈ, ਡਿਪੈਂਡ ਕਰੇਗਾ ਉਹਦੀ ਕੁਆਲੀਫਿਕੇਸ਼ਨ ਕੀ ਹੈ, ਅੱਗੇ ਇਨ ਫਿਊਚਰ ਉਹ ਕੀ ਕਰਨਾ ਚਾਹੁੰਦੇ, ਉਹਦੇ ਅਕੋਰਡਿੰਗ ਆਪਾਂ ਰੈਲੇਵੈਂਟ ਉਹਨੂੰ ਜਿਹੜਾ ਹੈ ਅੱਗੇ ਜੌਬ ਆਪਸ਼ਨਸ ਜਿਹੜੀਆਂ ਪ੍ਰੋਵਾਈਡ ਕਰਦੇ ਹਾਂ। ਜੀ ਰਸ਼ਿਕਾ ਮੈਮ, ਅਗਰ ਕਿਸੇ ਨੇ ਇਸ ਯੂਕੇ ਵਰਕ ਪਰਮਿਟ ਲਈ ਟਰਾਈ ਕਰਨਾ ਹੈ, ਤੇ ਮੈਂ ਗੱਲ ਕਰਾਂ ਜੀ ਫੰਡਸ ਦੀ, ਤਾਂ ਫੰਡਸ ਕਿੰਨੇ ਕੀ ਰਿਕੁਆਇਰਡ ਹੋਣਗੇ? ਕਿਉਂਕਿ ਗੱਲ ਆਉਂਦੀ ਹੈ ਜਦੋਂ ਪੈਸੇ ਦੀ ਗੱਲ ਆਉਂਦੀ ਹੈ, ਹਰ ਕੋਈ ਜਿਹੜਾ ਜਿਹਾ ਸੋਚ ਸਮਝ ਕੇ ਅਪਲਾਈ ਕਰਦਾ ਹੈ। ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਬੈਂਕ ਬੈਲੈਂਸ ਕਿੰਨਾ ਹੋਣਾ ਚਾਹੀਦਾ, ITR ਕਿੰਨੇ ਦੀ ਹੋਣੀ ਚਾਹੀਦੀ ਹੈ। ਇੱਕ ਕਾਲਰ ਵੀ ਜੁੜੇ ਸਾਡੇ ਨਾਲ, ਆਪਾਂ ਕਾਲ ਅਟੈਂਡ ਕਰਦੇ ਹਾਂ ਕਿਉਂਕਿ ਬਹੁਤ ਸਾਰੀ ਕਾਲ ਆ ਰਹੀ ਹੈ, ਮੈਂ ਮਿਸ ਹੋ ਰਹੀ ਹੈ ਸਾਰੀ ਕਾਲ। ਹਾਂਜੀ, ਕਿੱਥੋਂ ਗੱਲ ਕਰ ਰਹੇ ਜੀ ਤੁਸੀਂ? ਸਰ ਮੈਂ ਪਟਿਆਲੇ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੀ +2 2020 ਚ ਹੋਈ ਹੈ। 2020 ਚ ਤੁਹਾਡੀ +2 ਹੋਈ ਹੈ? ਹਾਂਜੀ, ਆਰਟ ਸਟਰੀਮ ਨਾਲ, ਔਰ ਮੇਰਾ PTE ਸਕੋਰ ਹੈ 5.5 not less than 5। ਅੱਛਾ, ਤੁਸੀਂ PT ਕੀਤੀ ਹੈ? ਹਾਂਜੀ, ਤੇ ਕੀ ਮੇਰਾ UK ਹੋ ਜਾਊਗਾ ਵਰਕ ਪਰਮਿਟ? UK ਵਰਕ ਪਰਮਿਟ, ਬਿਲਕੁਲ ਜੀ। ਪਰਵਿੰਦਰ ਮੈਮ, ਇਹਦਾ ਕੁਐਸਚਨ ਦਾ ਆਨਸਰ ਤੁਸੀਂ ਦਿਓ, ਕਿਉਂਕਿ ਬੇਸਿਕਲੀ ਮੈਂ ਦੇਖ ਰਿਹਾ ਉਹਨੇ PT ਦੀ ਗੱਲ ਕੀਤੀ ਹੈ, ਤੇ PT ਔਰ ਆਈਲੈਟਸ ਦੇ ਵਿੱਚ ਕੀ ਫਰਕ ਹੈ ਇਹ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ। ਹਾਲਾਂਕਿ ਆਪਾਂ ਵਰਕ ਪਰਮਿਟ ਦੀ ਗੱਲ ਕਰ ਰਹੇ ਹਾਂ, ਤੇ ਇੱਥੇ PTA ਐਲੀਜੀਬਲ ਹੈ ਬੱਚਾ PT ਵਾਲਾ ਜਾਂ ਨਹੀਂ ਹੈ, ਜਾਂ ਵਿਦਆਊਟ PT ਵੀ ਜਾ ਸਕਦਾ? ਤੁਸੀਂ ਇਹ ਕਲੀਅਰ ਕਰੋ ਕਿ ਇਹ ਜਾ ਸਕਦੇ ਨੇ ਬੇਸਿਕਲੀ PT ਦੇ ਨਾਲ? ਦੇਖੋ, PT ਐਕਚੁਅਲ ਚ ਹੈ ਕੀ ਹੈ ਜਾਂ ਆਇਲਸ ਕੀ ਹੈ, ਤੁਹਾਨੂੰ ਇਹ ਤਾਂ ਲੈਂਗੁਏਜ ਟੈਸਟ ਹੈ। ਲੈਂਗੁਏਜ ਟੈਸਟ ਹੈ। ਅਗਰ ਕੋਈ ਵੀ ਕੈਂਡੀਡੇਟ ਆਪਣਾ ਬਾਹਰ ਫੋਰਨ ਸਟੱਡੀਜ਼ ਲਈ ਜਾਣਾ ਚਾਹੁੰਦਾ ਹੈ ਤਾਂ ਆਪਣਾ ਲੈਂਗੁਏਜ ਸਕੋਰ ਕਲੀਅਰ ਕਰਦਾ ਹੈ। ਫॉर एग्जांपल ਸਟੂਡੈਂਟ ਨੇ PT ਕੀਤਾ ਤਾਂ ਕਿਤੇ ਨਾ ਕਿਤੇ ਸਟੱਡੀ ਪਰਪਸ ਦਾ ਮਕਸਦ ਰਿਹਾ ਹੋਣਾ, ਜੋ ਕਿਤੇ ਨਹੀਂ ਕੁਆਲੀਫਾਈ ਕਰ ਪਾਇਆ, ਤਾਂ ਸੋ ਦੈਟ ਹੁਣ ਇਹ ਵਰਕ ਪਰਮਿਟ ਕਰਨਾ ਚਾਹੁੰਦੇ ਨੇ, ਤਾਂ ਡੈਫੀਨਿਟਲੀ ਚਾਹੇ PT ਕੀਤਾ ਹੈ ਚਾਹੇ ਆਇਲਸ ਕੀਤਾ ਹੈ, ਉਹ ਆਪਣਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ। ਬਿਲਕੁਲ। ਦੇਖੋ, ਜਿਨ੍ਹਾਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਆਨਸਰ ਮਿਲ ਗਿਆ ਹੋਣਾ, ਉਹ ਜ਼ਰੂਰ ਜਿਹੜਾ ਜੇ ਪ੍ਰੋਗਰਾਮ ਦੇਖ ਰਹੇ ਹੋਣਗੇ। ਤੇ ਅਗਰ ਤੁਸੀਂ PT ਕੀਤੀ ਹੈ ਨਹੀਂ ਕੀਤੀ ਹੈ, ਇਸ ਦੇ ਨਾਲ ਵੀ ਕੋਈ ਮਤਲਬ ਨਹੀਂ ਹੈ, ਲੇਕਿਨ ਇਹ ਗੱਲ ਚੱਲ ਰਹੀ ਹੈ UK ਵਰਕ ਪਰਮਿਟ ਦੀ, ਕਿਉਂਕਿ ਕਿਤੇ ਨਾ ਕਿਤੇ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਤਾਂ ਉੱਥੇ ਲੋਕ ਇਹ ਵੀ ਸੋਚਦੇ ਨੇ ਕਿ ਸਟੂਡੈਂਟ ਵੀਜ਼ਾ ਦੇ ਉੱਪਰ ਜਾਣਾ ਸੀਗਾ, ਨਹੀਂ ਜਾ ਪਾਏ ਜਾਂ ਨਹੀਂ ਗਏ। ਆਪਾਂ ਗੱਲ ਕਰ ਰਹੇ ਹਾਂ UK ਵਰਕ ਪਰਮਿਟ ਦੀ, ਤੇ ਵਰਕ ਪਰਮਿਟ ਦੇ ਨਾਂ ਤੋਂ ਆਉਂਦੇ ਹੀ ਲੋਕਾਂ ਦੇ ਦਿਮਾਗ ਵਿੱਚ ਇਹ ਵੀ ਗੱਲ ਆ ਜਾਂਦੀ ਹੈ ਕਿ ਪਤਾ ਨਹੀਂ ਲੱਗੇਗਾ ਕਿ ਨਹੀਂ ਲੱਗੇਗਾ, ਕਿਤੇ ਸਾਡੇ ਜਿਹੜਾ ਜੇ ਪ੍ਰੋਫਾਈਲ ਨਾ ਖਰਾਬ ਹੋ ਜਾਏ। ਤੁਸੀਂ ਦੱਸੋ ਮੈਡਮ ਕਿ PT ਦੇ ਨਾਲ, ਹਾਲਾਂਕਿ ਇਹਨਾਂ ਨੇ ਤੁਸੀਂ ਕਿਹਾ ਵੀ ਹੈ ਕਿ ਸਟੂਡੈਂਟ ਵੀਜ਼ਾ ਲਈ ਵੀ ਅਪਲਾਈ ਕੀਤਾ ਹੋਏਗਾ, ਸ਼ਾਇਦ ਅਸੀਂ ਨਹੀਂ ਪੁੱਛਿਆ ਨਾ, ਤੋਂ ਕਿਉਂਕਿ ਸਾਡੇ ਮਤਲਬ ਦੀ ਉਹ ਗੱਲ ਹੈ ਨਹੀਂ, ਅਸੀਂ ਗੱਲ ਕਰ ਰਹੇ ਹਾਂ ਸਿਰਫ ਵਰਕ ਪਰਮਿਟ ਦੀ। ਤੁਸੀਂ ਦੱਸੋ ਕਿ ਕਿੰਨਾ ਕਿ ਜਿਹੜਾ ਜਿਹਾ ਮਤਲਬ ਇਹਦੇ ਲਈ ਟਾਈਮ ਪ੍ਰੋਸੈਸ ਹੈਗਾ? ਦੇਖੋ, ਜਿੱਥੇ ਇੱਕ ਬੱਚਾ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਹੈ, ਕਿਤੇ ਨਾ ਕਿਤੇ ਉਹਨੂੰ ਯੂਨੀਵਰਸਿਟੀ ਦੀ ਇੰਟਰਵਿਊ ਫੇਸ ਕਰਨੀ ਪੈਂਦੀ ਹੈ। ਅਗਰ ਇੰਟਰਵਿਊ ਨਹੀਂ ਕਲੀਅਰ ਕਰ ਪਾਉਂਦਾ, ਬੱਚੇ ਐਡਮਿਸ਼ਨ ਕੈਂਸਲ ਹੋ ਜਾਂਦੀ ਹੈ। ਬਟ ਆਪਾਂ ਇੱਥੇ ਗੱਲ ਕਰ ਰਹੇ ਵਰਕ ਪਰਮਿਟ ਲਈ, ਇਸ ਲਈ ਆਪਾਂ ਨੂੰ ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਵਰਕ ਪਰਮਿਟ 'ਚ ਕਿਸੇ ਸਟੇਜ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਹੁੰਦੀ। ਤੁਸੀਂ ਸਿੰਪਲੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜਿਸ ਟਾਈਮ ਤੁਹਾਡੀ UK ਤੋਂ ਆਪਣੀ ਜੋਬ ਅਪਰੂਵਲ ਆਉਂਦੀ ਹੈ, ਕਾਸਟ ਅਪਰੂਵਲ ਆਉਂਦੀ ਹੈ, ਤੁਸੀਂ ਆਪਣਾ ਵੀਜ਼ਾ ਡੈਫੀਨਿਟਲੀ ਅਚੀਵ ਕਰ ਸਕਦੇ ਹੋ। ਇਸ ਜਿਹੜਾ ਵਰਕ ਪਰਮਿਟ ਤੁਸੀਂ ਅੱਜ ਡਿਸਕਸ ਕਰ ਰਹੇ ਹੋ, ਇਹਦੇ ਵਿੱਚ ਸਟਰੀਮ ਤਾਂ ਕੋਈ ਉਹ ਨਹੀਂ ਹੈ ਕਿ ਜ਼ਰੂਰੀ ਇਸ ਸਟਰੀਮ ਦਾ ਹੋਣਾ ਚਾਹੀਦਾ, ਕੋਈ ਵੀ ਜਾ ਸਕਦਾ ਹੈ? ਬਿਲਕੁਲ ਸਰ, ਵਿਦ ਐਨੀ ਸਟਰੀਮ ਆਫ ਗ੍ਰੈਜੂਏਸ਼ਨ ਤੁਸੀਂ ਅਪਲਾਈ ਕਰ ਸਕਦੇ ਹੋ। ਏਜ ਦਾ ਕ੍ਰਾਈਟੇਰੀਆ ਮੈਂ ਪਹਿਲੇ ਪੁੱਛਿਆ ਸੀਗਾ ਕਿ ਏਜ ਕਿੰਨੀ ਹੋਣੀ ਚਾਹੀਦੀ ਹੈ, ਇਹ ਤਾਂ ਨਹੀਂ ਹੈ ਕਿ ਅਗਰ ਕੋਈ ਇੱਥੇ 35 40 ਦੇ ਆਸ-ਪਾਸ ਹੈਗਾ ਉਹ ਨਹੀਂ ਜਾ ਸਕਦਾ? ਦੇਖੋ, ਏਜ ਇਸ ਤਰ੍ਹਾਂ ਤੇ ਮੈਟਰ ਕਰਦੀ ਹੈ। ਅਗਰ ਬਾਈ ਚਾਂਸ ਆਪਾਂ ਬਾਹਰ ਕਿਸੇ ਫੋਰਨ ਕੰਟਰੀ 'ਚ ਕੋਈ ਕੰਮ ਕਰਨ ਚੱਲੇ ਹਾਂ, ਤਾਂ ਆਪਣਾ ਇੱਕ ਲੈਵਲ ਹੁੰਦਾ ਸਟੂਡੈਂਟ ਦਾ ਜਾਂ ਕੈਂਡੀਡੇਟ ਦਾ ਕਿ ਅਗਰ ਆਪਾਂ ਕੰਮ ਕਰਨ ਚੱਲੇ ਹਾਂ ਤਾਂ ਸਾਨੂੰ ਇੰਪਲੋਇਰ ਦੀ ਗੱਲ ਅੰਡਰਸਟੈਂਡ ਕਰ ਲੈਣੀ ਚਾਹੀਦੀ ਹੈ। ਤਾਂ ਬਿਲਕੁਲ ਆਪਾਂ 18 ਇਅਰਸ ਅੰਡਰ 18 ਬੱਚਾ ਇਸ ਨਹੀਂ ਲੈ ਸਕਦੇ। ਆਪਾਂ ਨੂੰ 20 ਇਅਰਸ ਕੈਂਡੀਡੇਟ 20+ ਇਅਰਸ ਦਾ ਕੈਂਡੀਡੇਟ ਚਾਹੀਦਾ ਹੈ, ਔਰ ਮੈਕਸਿਮਮ ਹਾਈਐਸਟ ਆਪਾਂ ਜਿਹੜਾ ਅਪ ਟੂ 45 ਇਅਰਸ ਤੱਕ ਦਾ ਕੈਂਡੀਡੇਟ ਲੈ ਸਕਦੇ ਜੋ ਕਿ ਇਨਫ ਮੈਚੁਰ ਹੁੰਦਾ ਹੈ ਤਾਂ ਕਿ ਆਪਣਾ ਬਾਹਰਲੀ ਕੰਟਰੀ ਜਾ ਕੇ ਆਪਣਾ ਕੰਮ ਕਰੇ ਔਰ ਸੈਟਲ ਡਾਊਨ ਹੋ ਸਕੇ। ਇਹ ਮੇਨ ਐਪਲੀਕੈਂਟ ਦੀ ਗੱਲ ਕਰ ਰਹੇ ਹਾਂ ਆਪਾਂ ਜਾਂ ਫਿਰ ਕੋ ਐਪਲੀਕੈਂਟ ਦੀ ਗੱਲ ਕਰ ਰਹੇ ਹਾਂ? ਮੇਨ ਐਪਲੀਕੈਂਟ ਆਬਵੀਅਸ ਹੈ ਕਿ ਜਿਹਦਾ ਆਪਾਂ ਕ੍ਰਾਈਟੇਰੀਆ ਅੱਗੇ ਕੁਆਲੀਫਿਕੇਸ਼ਨ। ਔਰ ਕੋ ਐਪਲੀਕੈਂਟ ਦੀ ਏਜ ਕਿੰਨੇ ਕੇ ਮਾਇਨੇ ਰੱਖਦੀ ਹੈ? ਬਿਲਕੁਲ ਵੀ ਨਹੀਂ। ਅਗਰ ਮੇਨ ਐਪਲੀਕੈਂਟ ਵਿਦ ਇਨ 20 ਔਰ 45 ਦੀ ਏਜ ਹੈ ਤਾਂ ਆਬਵੀਅਸ ਹੈ ਜਿਹੜਾ ਸਪਾਊਸ ਹੈ ਉਸ ਤੋਂ 2-4 ਸਾਲ ਦਾ ਫਰਕ ਰਹੇਗਾ।
फर्क ही रहेगा, चाहे वो मेन हस्बैंड है या मेन वाइफ है एप्लीकेंट, ਉਹਦੇ 'ਚ ਕੋਈ ਫਰਕ ਨਹੀਂ ਪਏਗਾ। ਲੇਕਿਨ ਹੁਣ ਜੇ ਆਪਾਂ ਗੱਲ ਕਰਦੇ ਹਾਂ, ਜਿਵੇਂ ਪਹਿਲੇ ਵੀ ਕਿਹਾ ਤੁਹਾਨੂੰ, ਚਾਂਸਸ ਕਿੰਨੇ ਕੀ ਹੁੰਦੇ ਨੇ? ਅਗਰ ਕਿਸੇ ਨੇ ਅਪਲਾਈ ਕਰਤਾ ਵੀ ਹੈ ਜਾਂ ਕਰਨ ਦੀ ਸੋਚ ਰਿਹਾ ਹੈ, ਉਹ ਪਹਿਲੇ ਤੁਹਾਡੇ ਕੋਲ ਆਏਗਾ ਤਾਂ ਇਹੀ ਗੱਲ ਪੁੱਛੇਗਾ ਕਿ ਮੇਰਾ ਵੀਜ਼ਾ ਲੱਗ ਜਾਏਗਾ ਕਿ ਨਹੀਂ ਲੱਗ ਜਾਏਗਾ। ਔਰ ਸਭ ਤੋਂ ਵੱਡੀ ਗੱਲ, ਜਦੋਂ ਤੁਹਾਡੇ ਕੋਲ ਡਾਕੂਮੈਂਟ ਦੇ ਜਾਏਗਾ, ਜਿਸ ਦਿਨ ਡਾਕੂਮੈਂਟ ਦੇ ਜਾਏਗਾ, ਉਸ ਤੋਂ ਅਗਲੇ ਦਿਨ ਸਵੇਰੇ ਉਹਦੀ ਸਭ ਤੋਂ ਪਹਿਲੇ ਕੋਲ ਤੁਹਾਨੂੰ ਆਣੀ ਹੈ ਕਿ ਦੱਸੋ ਜੀ ਕਿੱਥੇ ਪ੍ਰੋਸੈਸ ਪਹੁੰਚਿਆ। ਇਹ ਤੇ ਪ੍ਰੋਸੈਸ ਦੀ ਗੱਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਟਾਈਮ ਦੀ ਉੱਪਰ ਜਿਹੜਾ ਜਿਹਾ ਉਹ ਕਿਤੇ ਨਾ ਕਿਤੇ ਗੱਲ ਆਉਂਦੀ ਹੈ। ਇੱਕ ਕਾਲਰ ਸਾਡੇ ਨਾਲ ਜੁੜੇ ਆਪਾਂ ਪੁੱਛਦੇ ਹਾਂ ਤੋਂ ਕਿੱਥੋਂ ਗੱਲ ਕਰ ਰਹੇ ਹਾਂ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਸਰ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਹੀ ਹਾਂ, ਲਵਜੋਤ ਕੌਰ। ਹਾਂਜੀ ਲਵਜੋਤ ਜੀ, ਪੁੱਛੋ ਕੀ ਪੁੱਛ ਰਹੇ ਹੋ? ਮੇਰੀ ਗ੍ਰੈਜੂਏਸ਼ਨ ਹੋਈ ਹੈ ਸਰ 2010 ਚ। 2010 ਚ ਜੀ। ਹਾਂਜੀ, ਉਸ ਤੋਂ ਬਾਅਦ ਮੈਂ ਜੌਬਸ ਕੀਤੀ ਬਟ ਮੇਰੇ ਕੋਲ ਕੋਈ ਐਕਸਪੀਰੀਅੰਸ ਲੈਟਰ ਨਹੀਂ ਹੈਗਾ ਉਹਦਾ। ਅੱਛਾ, 2010 ਤੋਂ ਬਾਅਦ ਤੁਸੀਂ ਜੌਬ ਕੀਤੀਆਂ ਨੇ ਲੇਕਿਨ ਐਕਸਪੀਰੀਅੰਸ ਲੈਟਰ ਨਹੀਂ ਹੈਗਾ? ਨਹੀਂ ਹੈ ਸਰ, ਕੋਈ ਜੀ ਪ੍ਰਾਈਵੇਟ ਜੌਬ ਸੀਗੀ, ਕੋਈ ਸਟੇਬਲ ਵੀ ਨਹੀਂ ਸੀਗੀ ਜੌਬ। ਜੀ ਜੀ। ਤੇ ਯੂਕੇ ਵਰਕ ਪਰਮਿਟ ਹੋ ਜਾਏਗਾ ਮੇਰਾ ਸਰ? ਪਰਮਿੰਦਰ ਮੈਨੂੰ ਦੇਣਗੇ ਇਸ ਗੱਲ ਦਾ ਜਵਾਬ, ਕਿਉਂਕਿ 13 ਸਾਲ ਦਾ ਜਿਹੜਾ ਜਿਹਾ ਇੱਕ ਕਹਿ ਸਕਦੇ ਆਪਾਂ ਬਹੁਤ ਲੰਬਾ ਟਾਈਮ ਹੈਗਾ ਹੈ। ਆਪਾਂ 2023 ਚ ਬੈਠੇ ਹਾਂ, 2010 ਤੋਂ ਕਹਿ ਰਹੇ ਨੇ ਕਿ ਇਹਨਾਂ ਨੇ ਜੌਬ ਸਟਾਰਟ ਕੀਤੀ ਸੀਗੀ। ਪ੍ਰਾਈਵੇਟ ਜੌਬਸ ਨਹੀਂ, ਇਹਦਾ ਹੁੰਦਾ ਹੀ ਇਦਾਂ ਹੀ ਹੈ ਕਿਉਂਕਿ ਕੋਈ ਅਗਰ ਪ੍ਰਾਈਵੇਟ ਫਰਮ 'ਚ ਕੰਮ ਕਰ ਰਿਹਾ ਤਾਂ ਅਕਾਊਂਟ ਦੇ ਵਿੱਚ ਤਾਂ ਸੈਲਰੀ ਆਉਂਦੀ ਨਹੀਂ, ਉਹ ਕੈਸ਼ ਹੀ ਦਿੰਦੇ ਨੇ ਤੇ ਕੈਸ਼ ਦਿੰਦੇ ਉਹਦੇ ਕੈਸ਼ ਦਾ ਕੋਈ ਪ੍ਰੂਫ ਹੈ ਨਹੀਂ, ਉਹ ਕਿਵੇਂ ਜਸਟੀਫਿਕੇਸ਼ਨ ਦੇਣਗੇ ਕਿ ਸਾਡੇ ਅਕਾਊਂਟ ਦੇ ਵਿੱਚ ਸੈਲਰੀ ਆਉਂਦੀ ਸੀਗੀ। ਇਹਨਾਂ ਨੇ ਆਪਣਾ ਜਿਹੜਾ ਜਿਹਾ ਹੋਰ ਲੋਕਾਂ ਲਈ ਵੀ ਇੱਕ ਮੈਸੇਜ ਕ੍ਰੀਏਟ ਕੀਤਾ ਹੈ ਕਿ ਵਾਕਈ ਜਿਨ੍ਹਾਂ ਦੀ ਅਕਾਊਂਟ ਦੇ ਵਿੱਚ ਸੈਲਰੀ ਨਹੀਂ ਆਉਂਦੀ ਜਾਂ ਫਿਰ ਅਲੱਗ-ਅਲੱਗ ਜੌਬ ਜਿਹੜੀਆਂ 13 ਸਾਲਾਂ ਦੇ ਵਿੱਚ ਸ਼ਿਫਟ ਕੀਤੀਆਂ ਨੇ, ਤੇ ਉਹਨਾਂ ਵਾਸਤੇ ਇਹ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਸਾਰੇ ਇੱਕ ਵਾਰੀ ਸੁਣ ਲੈਣ। ਪਰਵਿੰਦਰ ਨੂੰ ਦੱਸੋ ਕਿ ਕਿਆ ਇਹਨਾਂ ਦੇ ਲਈ ਇਹ ਅਪਲਾਈ ਕਰਨ ਦਾ ਵੀਜ਼ਾ ਆਏਗਾ? ਬਿਲਕੁਲ ਸਰ, ਦੇਖੋ ਜਿਹੜਾ ਕੈਂਡੀਡੇਟ 2010 ਪਾਸ ਆਊਟ ਹੈ, ਬਟ ਸਾਡਾ ਜੋ ਐਕਸਪੀਰੀਅੰਸ ਰਿਹਾ ਕਿ ਅਗਰ ਆਪਾਂ ਕਿਸੇ ਕੈਂਡੀਡੇਟ ਦਾ ਵਿਦ 5 to 10 ਇਅਰਸ ਦਾ ਗੈਪ ਨਾਲ ਵੀ ਅਗਰ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੈ ਤਾਂ ਵੀ ਮਾਈ ਵੀਜ਼ਾ ਪੁਆਇੰਟ ਨੇ ਅਚੀਵ ਕੀਤਾ ਹੈ। ਬਟ ਆਪਾਂ ਇੱਥੇ ਗੱਲ ਕਰ ਰਹੇ ਵਰਕ ਪਰਮਿਟ ਦੀ, ਤਾਂ ਇਹਦੇ ਵਿੱਚ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਅਗਰ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਕੁਆਲੀਫਿਕੇਸ਼ਨ ਤੋਂ ਬਾਅਦ ਅਗਰ ਤੁਹਾਡੇ ਵਿੱਚ 10 ਤੋਂ 15 ਸਾਲ ਦਾ ਵੀ ਗੈਪ ਹੈਗਾ ਤੁਹਾਡੇ ਇਸ ਬੈਕਗ੍ਰਾਉਂਡ ਦੇ ਵਿੱਚ, ਤਾਂ ਵੀ ਤੁਸੀਂ ਸਟਿਲ ਕੁਆਲੀਫਾਈ ਕਰਦੇ ਹੋ ਯੂਕੇ ਵਰਕ ਪਰਮਿਟ ਲਈ। ਬਿਲਕੁਲ। ਔਰ ਜਿਹੜੀ ਫੋਨ ਦੀਆਂ ਲਾਈਨਸ ਨੇ ਉਹ ਓਪਨ ਹੋ ਚੁੱਕੀਆਂ ਨੇ। ਜਿਹੜੇ ਆਪਣੇ ਕੁਐਸਚਨ ਪੁੱਛਣਾ ਚਾਹੁੰਦੇ ਨੇ ਔਰ ਕਾਲ ਕਰਨਾ ਚਾਹੁੰਦੇ ਨੇ, ਸਾਡੇ ਨੰਬਰ ਤੇ ਜਿਹੜਾ ਡਿਸਪਲੇ ਹੋ ਰਿਹਾ ਇਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਰਹੇਗੀ, ਵੈਸੇ ਤਾਂ ਸਾਰੀ ਕਾਲਸ ਨਹੀਂ ਅਟੈਂਡ ਹੋ ਪਾਉਂਦੀਆਂ ਕਿਉਂਕਿ ਕਾਲਸ ਹੀ ਬਹੁਤ ਸਾਰੀਆਂ ਆਉਂਦੀਆਂ ਨੇ, ਔਰ ਅਸੀਂ ਜਿਹੜਾ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਕਲਾਇੰਟ ਜਿਹੜੇ ਕਾਲ ਕਰ ਰਹੇ ਨੇ ਉਹ ਮਤਲਬ ਪਿਕ ਕਰਨ ਦੀ ਕੋਸ਼ਿਸ਼ ਸਾਰਿਆਂ ਦੀ ਹੁੰਦੀ ਹੈ, ਲੇਕਿਨ ਅਗਰ ਨਹੀਂ ਪਿਕ ਹੋਈ ਤਾਂ ਤੁਸੀਂ ਇਹਦੇ 'ਚ ਨਾਰਾਜ਼ ਨਹੀਂ ਹੋਣਾ। ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਜਿਹਾ ਮਾਈ ਵੀਜ਼ਾ ਪੁਆਇੰਟ ਦੇ ਆਫਿਸ ਤੋਂ ਕਾਲ ਆ ਜਾਏਗੀ ਕਿਉਂਕਿ ਕਾਲਸ ਹੀ ਨਹੀਂ ਸਾਰੀਆਂ ਹੁੰਦੀਆਂ, ਸਾਰੀ ਅਟੈਂਡ ਕਰਨਾ ਜਿਹੜੀਆਂ ਉਹ ਪੋਸੀਬਲ ਨਹੀਂ ਹੁੰਦਾ। ਅਗਲਾ ਸਵਾਲ ਮੇਰਾ ਮੈਡਮ ਰਸ਼ਿਕਾ ਤੋਂ ਰਹੇਗਾ। ਮੈਡਮ, ਜਿਵੇਂ ਯੂਕੇ ਵਰਕ ਪਰਮਿਟ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਹੁਣ ਇਹਦੀ ਯੂਕੇ ਦੀ ਵਾਰੀ ਗੱਲ ਆਉਂਦੀ ਹੈ ਤਾਂ ਲੋਕੀ ਇਹ ਸੋਚਦੇ ਨੇ ਕਿ ਟਾਈਮ ਕਿੰਨਾ ਕੁ ਲੱਗੇਗਾ, ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਦੇ ਜਾਂਦਾ ਹੈ, ਕੋਈ ਪਾਸਪੋਰਟ ਆਪਣਾ ਦੇ ਗਿਆ ਜਾਂ ਡਾਕੂਮੈਂਟ ਕੰਪਲੀਟ ਕਰਵਾ ਗਿਆ, ਉਸ ਤੋਂ ਬਾਅਦ ਅਗਲੇ ਦੀ ਇਹੀ ਬਾਰ-ਬਾਰ ਤੁਹਾਨੂੰ ਕਾਲ ਕਰਕੇ ਇਹੀ ਪੁੱਛਦਾ ਹੋਏਗਾ ਟਾਈਮ ਕਿੰਨਾ ਕੁ ਲੱਗੇਗਾ, ਕਿਉਂਕਿ ਟਾਈਮ ਦੀ ਜਦੋਂ ਗੱਲ ਆਉਂਦੀ ਹੈ ਲੋਕਾਂ ਦਾ ਪੇਸ਼ੈਂਸ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਘਟ ਜਾਂਦਾ ਹੈ। ਤੁਸੀਂ ਦੱਸੋ ਕਿ ਪ੍ਰੋਸੈਸਿंग टाइम ਦਾ ਕਿੰਨਾ ਕੁ ਰਹਿੰਦਾ ਹੈ ਵਰਕ ਪਰਮਿਟ ਦਾ? 10 डेज इसका प्रोसेसिंग टाइम है, ओनली 10 डेज लगेंगे, इसमें कोई ज्यादा लंबा प्रोसीजर नहीं है, या तो प्लीज जस्ट 10 डेज में ही इसका प्रोसेसिंग। मतलब कि 10 ਦਿਨਾਂ ਦੇ ਅੰਦਰ ਤੁਹਾਡਾ ਜਿਹੜਾ ਜਿਹਾ ਵੀਜ਼ਾ ਯੂਕੇ ਦਾ ਵਰਕ ਪਰਮਿਟ ਜਿਹੜਾ ਜਿਹਾ ਉਹ ਤੁਹਾਨੂੰ ਲਵਾ ਕੇ ਦੇ ਦਿੱਤਾ ਜਾਏਗਾ। ਦੇਖੋ ਜੀ, ਇਸ ਸ਼ੋਅ ਦੇ ਦੌਰਾਨ ਸਾਨੂੰ ਕਾਫੀ ਤਰ੍ਹਾਂ ਦੇ ਦਰਸ਼ਕਾਂ ਦੇ ਕਾਲਸ ਆਉਂਦੇ ਨੇ। +2 ਪਾਸ ਕੈਂਡੀਡੇਟਸ ਵੀ ਹੁੰਦੇ ਨੇ, ਗ੍ਰੈਜੂਏਟ ਕੈਂਡੀਡੇਟਸ ਵੀ ਹੁੰਦੇ ਨੇ, ਬਹੁਤ ਗੈਪ ਵਾਲੇ ਕੈਂਡੀਡੇਟਸ ਵੀ ਹੁੰਦੇ ਨੇ, ਔਰ ਕਈਆਂ ਦਾ ਇਹ ਹੁੰਦਾ ਹੈ ਕਿ ਪੜ੍ਹਾਈ 'ਚ ਇੰਨਾ ਲੰਬਾ ਗੈਪ ਹੋ ਜਾਂਦਾ ਹੈ ਫਿਰ ਵੀ ਉਹ ਕਿੱਥੇ ਵੀ ਕੁਆਲੀਫਾਈ ਨਹੀਂ ਕਰ ਪਾਉਂਦੇ। ਤਾਂ ਮੈਂ ਦੱਸਣਾ ਚਾਹਾਂਗੀ ਤੁਹਾਨੂੰ ਬਿਲਕੁਲ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਚਾਹੇ +2 ਪਾਸ ਹੋ, ਚਾਹੇ ਤੁਸੀਂ ਗ੍ਰੈਜੂਏਟ ਹੋ, ਅਗਰ ਤੁਹਾਡਾ ਪੜ੍ਹਾਈ ਤੋਂ ਬਾਅਦ ਘੱਟ ਤੋਂ ਘੱਟ 10-15 ਸਾਲ ਦਾ ਵੀ ਗੈਪ ਹੋ ਚੁੱਕਾ ਹੈ ਫਿਰ ਵੀ ਤੁਸੀਂ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਬਿਲਕੁਲ, ਤੁਸੀਂ ਆਪਣਾ +2 ਦੇ ਬੇਸ ਤੇ ਵੀ ਯੂਕੇ ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਹੋ। ਬਿਲਕੁਲ। ਔਰ ਜਾਂਦੇ ਜਾਂਦੇ ਮੈਂ ਸਾਰੇ ਹੀ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਜਿਨ੍ਹਾਂ ਦੀ ਕਾਲ ਆਪਾਂ ਨਹੀਂ ਪਿਕ ਕਰ ਪਾਏ ਹੈ ਉਹਨਾਂ ਦੀ ਕਾਲ ਜਿਹੜੀ ਜੀ ਉਹ ਸੌਫਟਵੇਅਰ ਵਿੱਚ ਰਜਿਸਟਰਡ ਹੋ ਜਾਣ, ਤੁਹਾਨੂੰ ਬਾਅਦ ਵਿੱਚ ਕਾਲ ਆ ਜਾਏਗੀ ਕਿਉਂਕਿ ਮਾਈ ਵੀਜ਼ਾ ਪੁਆਇੰਟ ਦੇ ਜਿਹੜੇ ਸਟਾਫ ਹੈ ਉਹ ਤੁਹਾਨੂੰ ਕਾਲ ਕਰੇਗਾ। ਤੁਸੀਂ ਉਹਨਾਂ ਨਾਲ ਵੀ ਆਪਣੀ ਜਿਹੜੀ ਗੱਲਬਾਤ ਡਿਸਕਸ ਕਰ ਸਕਦੇ ਹੋ ਕਿਉਂਕਿ ਸਾਰੀ ਕਾਲ ਜਿਹੜੀ ਹੈ ਇਸ ਸ਼ੋਅ ਦੇ ਵਿੱਚ ਲੈਣਾ ਸਾਡੇ ਲਈ ਵੀ ਪੋਸੀਬਲ ਨਹੀਂ ਹੁੰਦਾ। ਬੜੀ ਇੰਨੀ ਜ਼ਿਆਦਾ ਕਾਲ ਹੁੰਦੀ ਹੈ, ਨੰਬਰ ਬਿਜ਼ੀ ਆਈ ਜਾਂਦਾ ਤੇ ਤੁਸੀਂ ਉਹਦੇ ਘਬਰਾਇਆ ਨਾ ਕਰੋ, ਤੁਹਾਡਾ ਨੰਬਰ ਸਾਡੇ ਕੋਲ ਪਹੁੰਚ ਗਿਆ, ਤੁਹਾਨੂੰ ਜਿਹੜੀ ਹੈ ਬਾਅਦ ਦੇ ਵਿੱਚ ਵੀ ਕਾਲ ਆ ਜਾਏਗੀ। ਇਸ ਸ਼ੋਅ ਦੇ ਵਿੱਚ ਜੁੜਨ ਲਈ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਰਸ਼ਿਕਾ ਮੈਮ ਤੇ ਪਲਵਿੰਦਰ ਮੈਮ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ। ਮਾਈ ਵੀਜ਼ਾ ਪੁਆਇੰਟ ਦੀ ਇੱਕ ਹੋਰ ਵੱਡੀ ਅਚੀਵਮੈਂਟ ਯੂਕੇ ਦਾ ਸਟੂਡੈਂਟ ਵੀਜ਼ਾ ਐਂਡ ਸਪਾਊਸ ਵੀਜ਼ਾ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਗਗਨ ਵੀਰਪਾਲ। ਆਪਣਾ ਯੂਕੇ ਦਾ ਵੀਜ਼ਾ ਹੈ, ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੈ? ਬਹੁਤ ਵਧੀਆ ਫੀਲ ਹੋ ਰਹੀ ਹੈ। ਵੀਰਪਾਲ, ਤੁਹਾਡਾ ਵੀਜ਼ਾ ਮਿਲ ਗਿਆ ਯੂਕੇ ਦਾ, ਕੀ ਕਹਿਣਾ ਚਾਹੋਗੇ? मैम मैं बहुत खुश हाँ, मेरा ते मेरा हस्बैंड का वीज़ा आया विद द हेल्प ऑफ माई वीज़ा पॉइंट एंड असीं इकट्ठे यूके जावांगे। मैं बहुत ज़्यादा खुश हाँ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਕੰਪਨੀ ਮਾਈ ਵੀਜ਼ਾ ਪੁਆਇੰਟ ਦੀ ਟੀਮ ਵੱਲੋਂ ਇੱਕ ਹੋਰ ਯੂਕੇ ਦਾ ਸਪਾਊਸ ਵੀਜ਼ਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਯੂਕੇ ਦਾ ਸਟੂਡੈਂਟ ਵੀਜ਼ਾ ਸਿਮਰਨਜੀਤ ਕੌਰ ਐਂਡ ਸਪਾਊਸ ਵੀਜ਼ਾ ਨਰਿੰਦਰ ਸਿੰਘ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ, ਕੰਗ੍ਰੈਚੁਲੇਸ਼ਨ।
ਥੈਂਕ ਯੂ ਮੈਮ। ਕੰਗ੍ਰੈਚੁਲੇਸ਼ਨਸ ਸੁਨਿੰਦਰ। ਥੈਂਕ ਯੂ ਮੈਮ। ਅੱਜ ਅਸੀਂ ਯੂਕੇ ਦਾ ਸਪਾਊਸ ਵੀਜ਼ਾ ਲੈ ਕੇ ਬਹੁਤ ਖੁਸ਼ ਹਾਂ। ਸਾਨੂੰ ਦੋਨਾਂ ਨੂੰ ਇਕੱਠਾ ਸਪਾਊਸ ਵੀਜ਼ਾ ਮਿਲਿਆ ਹੈ। ਥੈਂਕ ਯੂ ਮਾਈ ਵੀਜ਼ਾ ਪੁਆਇੰਟ ਟੀਮ। ਬਹੁਤ